ਯਤਨ ਨਾ ਕੀਤਾ ਗਿਆ ਹੋਵੇ। ਮੈਨੂੰ ਬਿਜਲੀ ਚੋਰ, ਚਿੱਟਾ ਵੇਚਣ ਵਾਲਾ, ਜ਼ਮੀਨ ਜਾਇਦਾਦਾਂ ਤੇ ਬਲਾਤਕਾਰੀ, ਕਿਹੜੀ ਚੀਜ਼ ਜਿਹੜੀ ਇਹਨਾਂ ਨੇ ਨਰ ਉਸ ਹਾਰ ਦੇ ਵਿੱਚੋਂ ਬੁਖਲਾਹਟ ਤੇ ਨਕਾਰਾ ਹੋ ਚੁੱਕੇ ਬੇਬੁਨਿਆਦ। ਸੋ ਅੱਜ ਮੈਂ ਤੁਹਾਡੇ ਸਨਮੁਖ ਇਸ ਕਰਕੇ ਪੇਸ਼ ਹੋਇਆ ਕਿ ਤੁਹਾਡੇ ਕੋਲੇ ਸਵਾਲ ਲੋਕ ਤੁਹਾਨੂੰ ਪੁੱਛਦੇ ਆ, ਤੁਸੀਂ ਇਹਦੇ ਨਾਲ ਲੋਕਾਂ ਦੀ ਸੇਵਾ, ਕਰਪਸ਼ਨ ਦੇ ਹੱਥ ਨਹੀਂ। मैं उस पार्टी का विधायक हाँ जिससे सिर्फ 2 MLA है, चाहे वो 10 साल बादल ते चाहे वो 5 साल कांग्रेस, कि मैं बेकसूर हुंदे हुए कंप्लेंट जिहड़ी पुलिस कमिश्नर नूं टीचर परमजीत कौर हुरी दे के आए, उहदे संबंध दे विच सच्चाई की है, सपोर्ट कीता इत्थों तक कि वो 156(3) धारा के तहत इलाका मजिस्ट्रेट की अदालत के गए। जो पुलिस ने देखा भी ये सारा कुछ 156(3) धारा के तहत इलाका मजिस्ट्रेट तो तरीका पईयां वो चिट्ठी वो कंप्लेंट जिहड़ी पुलिस कमिश्नर नूं टीचर परमजीत कौर हुरी दे के आए ਉਹਦੇ ਸੰਬੰਧ ਦੇ ਵਿੱਚ ਸਚਾਈ ਕੀ ਆ। ਤੁਸੀਂ ਇੱਕ ਪੱਖ ਦੀ ਗੱਲ ਸੁਣੀ ਆ, ਇਸ ਕਰਕੇ ਤੁਹਾਨੂੰ ਖੇਚਲ ਦਿੱਤੀ ਆ ਕਿ ਤੁਸੀਂ ਸਾਡਾ ਪੱਖ ਵੀ ਚੰਗੀ ਤਰ੍ਹਾਂ ਜਾਣ ਲਓ। ਸੋ ਮੇਰੀ ਇੱਕ ਤਾਂ ਸਾਰੇ ਦੋਸਤਾਂ ਨੂੰ ਰਿਕੁਐਸਟ ਹੈਗੀ ਆ, ਨੋ 1 to 1 ਤੁਸੀਂ ਮੈਨੂੰ ਤਾਬੜ ਤੋੜ ਸਵਾਲ ਕਰਿਓ। ਮੇਰੇ ਵਰਣਨ ਤੋਂ ਬਾਅਦ ਕੋਈ ਸਵਾਲ ਕੇ ਤੁਹਾਡੇ ਮਨ ਦੇ ਅੰਦਰ ਕਿਤੇ ਕੋਈ ਸ਼ੰਕਾ, ਕਿਤੇ ਤੁਹਾਡਾ ਪ੍ਰੋਗਰਾਮ, ਤੁਹਾਡੀਆਂ ਖਬਰਾਂ ਦੇਖਣ ਵਾਲੇ, ਮੇਰਾ ਰਾਜਨੀਤਿਕ ਸਫ਼ਰ 2002 ਤੋਂ ਸਟਾਰਟ ਹੋ ਕੇ 2021 ਤਕਰੀਬਨ 18-20 ਸਾਲ ਦਾ ਅਰਸਾ ਹੋ ਗਿਆ। ਤੁਸੀਂ ਇਸ ਗੱਲ ਦੇ ਚਸ਼ਮਦੀਦ ਗਵਾਹ ਬੈਠੇ ਹੋ ਸਾਰੇ, ਕਿਉਂਕਿ ਤੁਸੀਂ ਲੁਧਿਆਣੇ ਦੇ ਪੱਤਰਕਾਰ ਦੋਸਤ ਹੋ। ਕੋਈ ਸਾਲ ਐਸਾ ਨਹੀਂ ਜਦੋਂ ਸਿਮਰਜੀਤ ਬੈਂਸ ਦੇ ਉੱਤੇ ਵਿਰੋਧੀ ਦੋਨੋਂ ਰਵਾਇਤੀ ਪਾਰਟੀਆਂ ਦੇ ਲੀਡਰਸ ਨੇ ਕੋਈ ਮਰਿਆ ਸੱਪ ਗਲ 'ਚ ਪਾਉਣ ਦਾ ਯਤਨ ਨਾ ਕੀਤਾ ਹੋਵੇ। ਇਮਾਨਦਾਰੀ ਨਾਲ ਰਾਜਨੀਤੀ ਕਰਨੀ, ਓਨੈਸਟੀ ਦੇ ਨਾਲ ਲੋਕਾਂ ਨੂੰ ਸਰਵ ਕਰਨਾ, ਕਰਪਸ਼ਨ ਦੇ ਖਿਲਾਫ ਕੱਲੇ ਅਖਬਾਰੀ ਬਿਆਨ ਨਹੀਂ, ਮੀਡੀਆ ਤੱਕ ਸੀਮਤ ਨਹੀਂ, ਗਰਾਊਂਡ ਜ਼ੀਰੋ ਦੇ ਉੱਤੇ ਜਾ ਕੇ, ਚਾਹੇ ਉਹ ਛੋਟਾ ਅਧਿਕਾਰੀ ਹੈ ਤੇ ਚਾਹੇ ਉਹ ਟਾਪ ਕਲਾਸ ਹੈਗਾ, ਉਸ ਕਰਪਟ ਅਧਿਕਾਰੀ ਦੇ ਵਰਖਲਾਫ ਸੰਘਰਸ਼ਮਈ ਤਰੀਕੇ ਦੇ ਨਾਲ ਉਹਦਾ ਐਕਸਪੋਜ਼ਰ, ਪੰਜਾਬ ਦੇ ਅੰਦਰੋਂ ਲੂਟ ਮਾਫੀਆ ਦੇ ਖਿਲਾਫ ਗਰਾਊਂਡ ਜ਼ੀਰੋ ਦੇ ਉੱਤੇ ਸਟਰਗਲ ਤੇ ਸੰਘਰਸ਼। ਸੋ ਇਹ ਵਿਰੋਧੀ ਪਾਰਟੀਆਂ ਨੂੰ ਹਜਮ ਨਹੀਂ ਆਉਂਦਾ। ਸੋ ਇਹਨਾਂ 18-20 ਸਾਲਾਂ ਦੇ ਅਰਸੇ ਦੇ ਵਿੱਚ ਤੁਸੀਂ ਗਵਾਹ ਬੈਠੇ ਹੋ, ਕੋਈ ਸਾਲ ਇਦਾਂ ਦਾ ਨਹੀਂ ਲੰਘਿਆ ਜਦੋਂ ਕੋਈ ਕਾਟੋ ਕਲੇਸ਼ ਮੇਰੇ ਗਲ ਮੜਨ ਦਾ ਯਤਨ ਨਾ ਕੀਤਾ ਗਿਆ ਹੋਵੇ। ਮੈਨੂੰ ਬਿਜਲੀ ਚੋਰ, ਚਿੱਟਾ ਵੇਚਣ ਵਾਲਾ, ਜ਼ਮੀਨ ਜਾਇਦਾਦਾਂ ਤੇ ਕਬਜ਼ੇ ਕਰਨ ਵਾਲਾ, ਟੈਕਸ ਚੋਰ, ਰੇਪਿਸਟ, ਬਲਾਤਕਾਰੀ, ਕਿਹੜੀ ਚੀਜ਼ ਜਿਹੜੀ ਇਹਨਾਂ ਨੇ ਨਹੀਂ ਕੀਤੀ, ਰੀਜ਼ਨ ਬਿਹਾਈਂਡ ਕੀ ਹੈਗਾ। ਦੋਸਤੋ, ਆਪਣੇ ਦੇਸ਼ ਦੇ ਅੰਦਰ, ਆਪਣੀ ਸਟੇਟ ਪੰਜਾਬ ਦੇ ਅੰਦਰ ਮੇਰੇ ਨਾਲੋਂ ਵੱਧ ਜਾਣਕਾਰੀ ਤੁਹਾਡੇ ਕੋਲ ਹੈ। ਟੈਸਟ ਦੇ ਉੱਤੇ ਦੱਸ ਦਿਓ ਕਿ ਸਾਫ਼ ਸੁਥਰੇ ਚਰਿੱਤਰ ਵਾਲੇ ਓਨੈਸਟ ਲੀਡਰਸ ਕਿੰਨੇ ਕਿਹਾ, ਜਿਹੜੇ ਕਾਂਗਰਸ ਤੇ ਅਕਾਲੀਆਂ ਦੇ ਸੰਗ ਨਹੀਂ ਉਤਰਦੇ। ਉਹਨਾਂ ਨੇ ਬਾਰ-ਬਾਰ ਇਹ ਕਹਾਂ ਕਿ ਲੰਬੇ ਅਰਸੇ ਤੋਂ 18 ਸਾਲ ਦੇ ਸਮੇਂ ਤੋਂ ਆਪਣੇ ਕੈਂਡੀਡੇਟਾਂ ਦੀ ਬਾਰ-ਬਾਰ ਹਾਰ, ਉਸ ਹਾਰ ਦੇ ਵਿੱਚ ਉਹ ਬੁਖਲਾਹਟ ਤੇ ਹੁਣ ਇਹ ਦੋਨੋਂ ਅਕਾਲੀ ਦਲ ਤੇ ਕਾਂਗਰਸ ਦੇ ਨਕਾਰਾ ਹੋ ਚੁੱਕੇ ਲੀਡਰ, ਨਕਾਰਾ ਹੋ ਚੁੱਕੇ ਲੀਡਰ ਜਿਹੜੇ ਮਰਦ ਨਹੀਂ ਰਹੇ। ਮਰਦ ਕਹਿੰਦਾ ਕਿ ਮੈਂ ਸੰਗਤ ਦੀ ਕਚਹਿਰੀ, ਵੋਟਰ ਦੀ ਕਚਹਿਰੀ ਦੇ ਵਿੱਚ ਜਾ ਕੇ ਮੁਕਾਬਲਾ ਕਰੂੰਗਾ। ਇਹ ਹੁਣ ਝੂਠੇ, ਬੇਬੁਨਿਆਦ, ਇਹ ਕਹਾਂ ਕਿ ਇਹ ਲੀਡਰਸ ਨਹੀਂ, ਮਰਦ ਨਹੀਂ, ਇਹ ਦਲਾਲਾਂ ਵਾਲੇ ਭੇਸ ਦੇ ਵਿੱਚ ਆ ਗਏ, ਦੱਲਿਆਂ ਵਾਲੇ ਕੰਮ ਕਰਨ ਲੱਗ ਗਏ। ਸੋ ਅੱਜ ਮੈਂ ਤੁਹਾਡੇ ਸਨਮੁਖ ਇਸ ਕਰਕੇ ਪੇਸ਼ ਹੋਇਆ ਕਿ ਤੁਸੀਂ ਮੈਨੂੰ ਬਾਰ-ਬਾਰ ਫੋਨ ਕਰੋ, ਮੈਂ ਬਾਰ-ਬਾਰ ਤੁਹਾਡੀਆਂ ਗੱਲਾਂ ਦੇ ਰਿਪਲਾਈ ਕਰਾਂ। ਸਾਰੇ ਆਓ, ਤੁਹਾਡੇ ਜਿਹਨ ਦੇ ਵਿੱਚ ਜਿਹੜੇ ਸਵਾਲ ਹੈਗੇ ਆ, ਇਸ ਨਵੀਂ ਕੰਪਲੇਂਟ ਤੋਂ ਬਾਅਦ ਸੁਭਾਵਿਕ ਤੌਰ ਤੇ ਤੁਹਾਡੇ ਕੋਲੇ ਸਵਾਲ ਲੋਕ ਤੁਹਾਨੂੰ ਪੁੱਛਦੇ ਆ, ਤੁਸੀਂ ਸਾਰੇ ਸਵਾਲ ਮੇਰੇ ਤੋਂ ਕਰੋ, ਮੈਂ ਤੁਹਾਨੂੰ ਜਵਾਬ ਦੇ ਕੇ ਜਾਵਾਂ ਕੱਲੇ-ਕੱਲੇ ਤੁਹਾਡੇ ਸਵਾਲ ਦਾ। ਇਮਾਨਦਾਰੀ ਦੇ ਨਾਲ ਰਾਜਨੀਤਿਕ ਸੇਵਾ ਦਾ ਸਫ਼ਰ, ਓਨੈਸਟੀ ਦੇ ਨਾਲ ਲੋਕਾਂ ਦੀ ਸੇਵਾ, ਕਰਪਸ਼ਨ ਦੇ ਖਿਲਾਫ ਸਟਰਗਲ, ਲੁੱਟ ਮਾਫੀਆ ਦੇ ਖਿਲਾਫ ਸਟਰਗਲ, ਇਹ ਸ਼ਾਇਦ ਕੁਦਰਤ ਨੇ ਮੈਨੂੰ ਜਰੀਆ ਬਣਾਇਆ, ਮੇਰੀ ਔਕਾਤ ਨਹੀਂ। ਮੈਂ ਉਸ ਪਾਰਟੀ ਦਾ ਵਿਧਾਇਕ ਹਾਂ ਜਿੱਥੇ ਸਿਰਫ 2 MLA ਹੈਗੇ ਆ। ਮੇਰੀ ਔਕਾਤ ਨਹੀਂ, 2 MLA ਦੀ ਔਕਾਤ ਨਹੀਂ ਕਿ ਅਸੀਂ ਸਮੇਂ ਦੇ ਹੁਕਮਰਾਨ ਲੋਕਾਂ ਦਾ, ਚਾਹੇ ਉਹ 10 ਸਾਲ ਬਾਦਲ
ਤੇ ਚਾਹੇ ਉਹ 5 ਸਾਲ ਕਾਂਗਰਸ ਤੇ ਚਾਹੇ ਉਹ ਆਲਾ ਬਿਊਰੋਕ੍ਰੇਸੀ ਹੋਵੇ, ਅਫਸਰਸ਼ਾਹੀ ਹੋਵੇ, ਕਿ ਅਸੀਂ ਉਹਨਾਂ ਦਾ ਟਾਕਰਾ ਕਰ ਸਕੀਏ। ਸਾਡੇ ਕੋਲੇ ਟੌਨਕ ਲੋਕਾਂ ਦੀਆਂ ਦੁਆਵਾਂ ਤੇ ਹੱਲਾਸ਼ੇਰੀਆਂ ਦਾ ਟੌਨਕ ਹੈ। ਮੈਂ ਜੇ ਵੀ ਜ਼ਿਕਰ ਕਰਨਾ ਚਾਹੂੰਗਾ ਕਿ ਮੈਂ ਬੇਕਸੂਰ ਹੁੰਦੇ ਹੋਏ ਉਹ ਮਸਲਾ ਜਿਹੜਾ ਤਹਿਸੀਲਦਾਰ ਮਾਰਕੁੱਟ ਨਾਲ ਸੰਬੰਧਿਤ ਸੀਗਾ, ਜਿਹਦੇ ਵਿੱਚ ਮੈਨੂੰ ਫਾਲਸ ਤਰੀਕੇ ਦੇ ਨਾਲ ਇੰਪਲੀਮੈਂਟ ਕੀਤਾ ਗਿਆ, ਮੈਂ 10 ਮਹੀਨੇ ਤੇ 9 ਦਿਨ ਬੇਕਸੂਰ ਹੋ ਕੇ ਜੇਲ੍ਹ ਕੱਟ ਕੇ ਆਇਆ। ਮੈਨੂੰ CBI ਨੇ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਕੀਤੀ ਜਾਂਚ ਪੜਤਾਲ ਦੇ ਵਿੱਚ ਮੈਨੂੰ ਕਲੀਨ ਚਿੱਟ ਦਿੱਤੀ। ਪਿਛਲੇ ਸਮੇਂ ਦੌਰਾਨ ਇੱਕ ਇਹਨਾਂ ਸਤਿਕਾਰਯੋਗ ਦੋਨੋਂ ਪਾਰਟੀਆਂ ਦੇ ਨਕਾਰਾ ਹੋ ਚੁੱਕੇ ਲੀਡਰਸ ਨੇ ਗੁਰਦੀਪ ਕੌਰ ਨਾਂ ਦੀ ਇੱਕ ਔਰਤ ਤੁਹਾਡੇ ਸਨਮੁਖ ਪੇਸ਼ ਕੀਤੀ। ਕੋਈ ਵੀ ਬੰਦਾ ਕਾਨੂੰਨ ਤੋਂ ਉੱਤੇ ਨਹੀਂ, ਸੰਵਿਧਾਨ ਆ, ਕਾਨੂੰਨ ਆ, ਨਿਯਮ ਆ, ਉਹਦੇ ਪਿੱਛੇ ਸਤਿਕਾਰਯੋਗ ਆਲਾ ਕਮਾਨ ਐਡਵੋਕੇਟਸ ਜਿਹੜੇ ਦੂਜੀਆਂ ਪਾਰਟੀਆਂ ਨਾਲ ਸੰਬੰਧ ਰੱਖਦੇ ਆ, ਉਹਨਾਂ ਨੇ ਖੁੱਲ੍ਹ ਕੇ ਸਪੋਰਟ ਕੀਤਾ। ਇੱਥੋਂ ਤੱਕ ਕਿ ਉਹ 156(3) ਧਾਰਾ ਦੇ ਤਹਿਤ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਦੇ ਵਿੱਚ ਗਏ। ਜਦੋਂ ਪੁਲਿਸ ਨੇ ਦੇਖਿਆ ਵੀ ਇਹ ਸਾਰਾ ਕੁਝ ਝੂਠਾ ਹੈਗਾ, ਫੈਬਰੀਕੇਟ ਕੀਤਾ ਹੋਇਆ, ਜਦੋਂ ਪੁਲਿਸ ਨੇ ਕਾਰਵਾਈ ਨਾ ਕੀਤੀ ਤੇ ਉਹ 156(3) ਧਾਰਾ ਦੇ ਤਹਿਤ ਇਲਾਕਾ ਮੈਜਿਸਟ੍ਰੇਟ ਤੋਂ ਸੰਬੰਧਿਤ ਥਾਣੇ ਦੇ SHO ਨੂੰ ਆਰਡਰ ਕਰਾਉਣ ਵਾਸਤੇ ਗਏ। ਤਰੀਕਾਂ ਪਈਆਂ, ਬਹਿਸ ਹੋਈ, ਇਹ ਇਹਨਾਂ ਦੀ ਜਿਹੜੀ ਲਾਈ ਹੋਈ FIR ਦਰਜ ਕਰਾਉਣ ਦਾ SHO ਨੂੰ ਹੁਕਮ, ਉਹ ਖਾਰਜ ਹੋ ਗਈ। ਖਾਰਜ ਹੋਣ ਤੋਂ ਬਾਅਦ ਇਹ ਸੈਸ਼ਨ ਦੇ ਕੋਲੇ ਅਪੀਲ 'ਚ ਗਏ। ਇੱਕ ਕੇਸ ਇਹਨਾਂ ਨੇ 156(3) ਲਾਉਣ ਤੋਂ ਪਹਿਲਾਂ ਮਾਨਯੋਗ ਹਾਈ ਕੋਰਟ ਦੇ ਵਿੱਚ ਲਾਇਆ। ਹਾਈ ਕੋਰਟ ਜੇ ਕੋਈ ਸੱਚਾਈ ਹੁੰਦੀ ਤੇ ਹਾਈ ਕੋਰਟ ਜ਼ਰੂਰ ਉਹਦੇ ਤੇ ਤੁਰੰਤ ਕੋਈ ਕਾਰਵਾਈ ਲਈ ਹੁਕਮ ਕਰਦਾ। ਹੁਕਮ ਨਹੀਂ ਹੋਇਆ, ਤਰੀਕ ਪੈ ਗਈ, ਫਿਰ ਤਰੀਕ ਪੈ ਗਈ। ਮੈਂ ਦੋਸਤੋ ਇੱਕ ਉਸ ਪਾਰਟੀ ਦਾ ਵਿਧਾਇਕ ਹਾਂ ਜਿਹਦੇ ਤੇ ਸਿਰਫ 2 ਹੈ ਤੇ ਜਿਹਨੇ ਅਸਲੀਅਤ ਦੇ ਵਿੱਚ ਰੂਲਿੰਗ ਦੀ ਆਪੋਜੀਸ਼ਨ ਕੀਤੀ ਹੈ, ਜਿਹਨੇ ਕਰਪਟ ਬਿਊਰੋਕ੍ਰੇਸੀ ਦੇ ਨਾਲ ਮੱਥਾ ਲਾਇਆ। ਮੇਰੀ ਪਹੁੰਚ ਕਿੱਥੇ ਹੋ ਸਕਦੀ ਹੈ ਕਿਸੇ ਪੁਲਿਸ ਤੱਕ, ਅਦਾਲਤਾਂ ਤੱਕ, ਹਾਈ ਕੋਰਟ ਤੱਕ? ਕਿ ਤੁਸੀਂ ਖੁਦ ਸੋਚ ਸਕਦੇ ਹੋ। ਜਦੋਂ ਸਾਰਾ ਕੁਝ ਇਹ ਅਦਾਲਤੀ ਪ੍ਰਕਿਰਿਆ ਦੇ ਵਿੱਚੋਂ ਲੰਘ ਗਿਆ, ਫਿਰ ਇਹਨਾਂ ਨੇ ਇੱਕ ਨਵਾਂ ਨੌਟੰਕੀ ਤੇ ਡਰਾਮਾ ਫੜਿਆ ਪੁਲਿਸ ਕਮਿਸ਼ਨਰ ਦੇ ਬਾਹਰ। ਅਕਾਲੀ ਤੇ ਕਾਂਗਰਸ ਦੋਨਾਂ ਦਾ ਸਪਾਂਸਰਡ ਧਰਨਾ ਅੱਜ ਵੀ ਚੱਲ ਰਿਹਾ। ਇੱਕ ਉਸ ਲੇਡੀ ਨੂੰ ਮੋਹਰਾ ਬਣਾ ਕੇ, ਆਪਣੇ ਕੋਲੋਂ ਹੋਇਆ ਕੁਝ ਨਹੀਂ, ਇੱਕ ਉਸ ਲੇਡੀ ਨੂੰ ਮੋਹਰਾ ਬਣਾ ਕੇ ਫੈਬਰੀਕੇਟ ਕਰਕੇ ਸਾਰਾ ਕੁਝ ਦਿੱਤਾ ਗਿਆ। ਤੇ ਜਦੋਂ ਦੇਖਿਆ ਵੀ ਬਣੀ ਗੱਲ ਕੁਛ ਨਹੀਂ, ਨਾ ਅਦਾਲਤਾਂ ਦੇ ਵਿੱਚੋਂ ਬਣੀ, ਨਾ ਪੁਲਿਸ ਹਿੱਲੀ ਆ, ਤੇ ਹੁਣ ਉਹਨਾਂ ਨੇ ਜਿਹੜੇ ਸਬੰਧ ਦੇ ਵਿੱਚ ਅੱਜ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਆ, ਉਸ ਲੇਡੀ ਟੀਚਰ ਪਰਮਜੀਤ ਕੌਰ ਜਿਹੜੀ ਕਿ ਮੇਰੇ ਅਰਸੇ ਤੋਂ ਵਾਕਫ ਹੈਗੇ ਆ, ਮੈਂ ਇਹ ਕਹਿ ਦਿਆਂ ਕਿ ਮੈਂ ਆਪਣੇ ਪਰਿਵਾਰ ਦੇ ਮੈਂਬਰਾਂ ਨਾਲੋਂ ਵੱਧ, ਭੈਣਾਂ ਤੋਂ ਵੱਧ ਕੇ ਉਹਦਾ ਰਿਸਪੈਕਟ ਤੇ ਸਤਿਕਾਰ ਕੀਤਾ। ਉਹਦੀ ਬੇਟੀ, ਉਹਦਾ ਬਰਥਡੇ ਆ ਤੇ ਉਹ ਐਸੇ ਆਫਿਸ ਦੇ ਵਿੱਚ ਇੱਥੇ ਲਿਆ ਕੇ ਕੇਕ ਕੱਟਦੀ ਆ। ਹੁਣ ਉਹ ਅਬਰੋਡ ਸਟੱਡੀ ਵਾਸਤੇ ਚਲੀ ਗਈ। ਮੈਂ ਗੱਲਾਂ ਤਾਂ ਦੱਸਦਾ ਕਿਉਂਕਿ ਤੁਸੀਂ ਸਵਾਲਾਤ ਕਰਨੇ ਆ। ਉਹ ਇੱਥੇ ਲਿਆ ਕੇ, ਮੇਰਾ ਸਟਾਫ ਤੇ ਮੇਰੇ ਸਾਥੀ ਸਾਰੇ ਇਸ ਗੱਲ ਦੀ ਜਾਣਕਾਰੀ ਰੱਖਦੇ ਆ, ਜੇ ਉਹ ਸਤਿਕਾਰਯੋਗ ਟੀਚਰ ਨੇ ਕੋਈ ਐਕਸ ਇੰਡੀਆ ਲੀਵ, ਕਿਉਂਕਿ ਉਹਦਾ ਬੇਟਾ ਵੀ ਵਿਦੇਸ਼ ਦੇ ਵਿੱਚ ਸਟੱਡੀ ਕਰਦਾ ਤੇ ਬੇਟੀ ਵੀ ਸਟੱਡੀ ਕਰਦੀ ਹੈ, ਜੇ ਐਕਸ ਇੰਡੀਆ ਲੀਵ ਵਾਸਤੇ ਜਾਣਾ, ਮੇਰੇ ਦਫ਼ਤਰ ਦੇ ਦਰਵਾਜ਼ੇ ਖੁੱਲੇ ਆ। ਮੇਰੇ PA ਸਰਦਾਰ ਜਸਵਿੰਦਰ ਸਿੰਘ ਖਾਲਸਾ ਆਪਣੀ ਗੱਡੀ 'ਚ ਜਾ ਕੇ ਐਮਰਜੈਂਸੀ ਸਿੱਖਿਆ ਸਕੱਤਰ ਤੋਂ ਐਕਸ ਇੰਡੀਆ ਲੀਵ ਵੀ ਗ੍ਰਾਂਟ ਕਰਾ ਕੇ ਲਿਆਉਂਦੇ ਆ। ਹੁਣ ਉਹ ਮੈਸੇਜ, ਉਹ ਦਰਖਾਸਤ ਜਿਹੜੀ ਕੱਲ ਪੁਲਿਸ ਕਮਿਸ਼ਨਰ ਨੇ ਦਿੱਤੀ ਆ, ਮੇਰੇ ਤੋਂ ਬਾਅਦ 'ਚ ਮੈਂ ਤੁਹਾਨੂੰ ਹਜੇ ਹੋਰ ਐਲੈਬੋਰੇਟ ਕਰਨਾ। ਜਿਹੜੇ ਮੈਸੇਜ ਆਏ, ਦੋਸਤ ਸਨੀ ਹੋਰਾਂ ਨੇ ਤੁਹਾਡੇ ਵਿੱਚੋਂ ਕਈ ਸਾਥੀਆਂ ਦੇ ਨਾਲ ਚੈਟਿੰਗ ਕੀਤੀ ਆ, ਤੁਸੀਂ ਨਹੀਂ ਕੀਤੀ। ਤੁਸੀਂ ਪੱਤਰਕਾਰ ਦੋਸਤੋ ਸਨੀ ਦੇ ਨਾਲ ਚੈਟਿੰਗ ਨਹੀਂ ਕੀਤੀ, ਅੱਜ ਦੀ ਆ, ਪਿਛਲੇ ਦਿਨਾਂ ਦੀ ਆ। ਤੁਸੀਂ ਕੋਈ ਕਾਲ ਨਹੀਂ ਕੀਤੀ ਸਨੀ ਨੂੰ, WhatsApp ਕਾਲ। ਉਹ ਤੁਹਾਨੂੰ ਰਿਕਾਰਡ ਸਨੀ ਦਿਖਾਊਗਾ ਵੀ ਇਹ ਕਿਹੜੇ ਤਰੀਕੇ ਦੇ ਨਾਲ ਕਿਸੇ ਨੂੰ ਡੀਫੇਮ ਕਰਨ ਵਾਸਤੇ, ਕਿਸੇ ਦੇ ਕੰਮ ਦਾ ਮੁਕਾਬਲਾ ਨਾ ਕਰ ਸਕਣ ਕਾਰਨ ਕਿਹੜੇ ਤਰੀਕੇ ਦੇ ਨਾਲ ਘਟੀਆ ਹੱਥਕੰਡੇ ਅਪਣਾਏ ਜਾਂਦੇ ਆ। ਸੋ ਔਰਤ ਜਿਹਨੇ ਕੱਲ ਦਰਖਾਸਤ ਦਿੱਤੀ ਆ, ਉਹ ਮੇਰੇ ਉੱਤੇ 2 ਐਲੀਗੇਸ਼ਨ ਲਾਉਂਦੀ ਹੈ। ਪਹਿਲਾ ਐਲੀਗੇਸ਼ਨ ਹੈਗਾ ਕਿ ਮੈਂ ਫਾਰਮ ਹਾਊਸ, ਬੈਂਸ ਦੇ ਫਾਰਮ ਹਾਊਸ ਗਈ
ਉਹ ਤਕਰੀਬਨ 7-8 ਸਾਲ ਪਹਿਲਾਂ ਮੈਂ ਸ਼ਾਮ ਨੂੰ, ਮੇਰਾ ਫਾਰਮ ਹਾਊਸ ਬਣ ਰਿਹਾ, ਅੰਡਰ ਕੰਸਟਰਕਸ਼ਨ ਹੈਗਾ ਉਦੋਂ, ਉਹ ਜਦੋਂ ਮੈਂ ਫਾਰਮ ਹਾਊਸ ਵਾਲੀ ਸੜਕ ਤੇ ਜਾਣਾ ਤੇ ਇੱਕ ਗੱਡੀ, ਦੋ ਇਸ ਪਰਮਜੀਤ ਟੀਚਰ ਦੇ ਨਾਲ ਦੋ ਮੇਲ ਪਰਸਨ ਆ, ਉਹ ਗੱਡੀ ਸਾਡੇ ਮਗਰ ਆ ਕੇ, ਜਦੋਂ ਗੇਟ ਤੇ ਮੇਰੀਆਂ ਗੱਡੀਆਂ ਰੁਕਦੀਆਂ ਤੇ ਮਗਰ ਆ ਕੇ ਰੁਕਦੀ, ਮੇਰਾ ਡਰਾਈਵਰ ਕਹਿੰਦਾ ਜੀ ਗੱਡੀ ਆਪਣੇ ਪਿੱਛੇ ਆਈ ਆ। ਇਹ ਬਾਹਰ ਨਿਕਲਦੇ ਮੈਂ ਦੇਖਦਾ ਕਿ ਟੀਚਰ ਪਰਮਜੀਤ ਆ, ਸਤਿ ਸ੍ਰੀ ਅਕਾਲ, ਫਤਿਹ ਹੋਈ, ਦੋਨੋਂ ਮੇਲ ਮੈਂਬਰ ਤੇ ਟੀਚਰ ਪਰਮਜੀਤ ਕੌਰ। ਮੇਰਾ ਖਿਆਲ ਸਾਡੇ ਫਾਰਮ ਹਾਊਸ ਬਣ ਰਿਹਾ ਸੀ, ਕੋਈ ਪ੍ਰਬੰਧ ਨਹੀਂ ਸੀ ਉੱਥੇ ਬੈਠਣ ਦਾ ਜਾਂ ਚਾਹ ਪਾਣੀ ਕਰਨ ਦਾ। ਗਿਣਤੀ ਦੇ 8 ਜਾਂ 10 ਮਿੰਟ ਉੱਥੇ ਇਹਨਾਂ ਨੇ ਖੜ ਕੇ ਮੇਰੇ ਨਾਲ ਗੱਲ ਕੀਤੀ ਕਿ ਅਸੀਂ ਕੋਈ ਪਲਾਟ ਦੇਖਣ ਵਾਸਤੇ ਆਏ ਆ। ਮੈਂ ਇਹਨਾਂ ਨੂੰ ਇਹ ਕਿਹਾ ਕਿ ਤੁਸੀਂ ਆਪਣੇ ਤਰੀਕੇ ਨਾਲ ਜਿਹੜਾ ਪਲਾਟ ਪਸੰਦ ਆਊਗਾ ਕਲੋਨਾਈਜ਼ਰ ਦੇ ਨਾਲ ਨੈਗੋਸ਼ੀਏਟ ਕਰਕੇ ਘੱਟ ਕਰ ਲਿਓ, ਜਦੋਂ ਫਾਈਨਲ ਕਰਨਗੇ ਉਸ ਤੋਂ ਪਹਿਲਾਂ ਮੈਨੂੰ ਫੋਨ ਕਰ ਲਿਓ, 100-200 ਰੁਪਇਆ ਗਜ ਮੈਂ ਹੋਰ ਘੱਟ ਕਰਾ ਦੂੰਗਾ। ਦੂਸਰਾ ਐਲੀਗੇਸ਼ਨ, ਉਹੀ ਕਹਾਣੀ ਜਿਹੜੀ ਗੁਰਦੀਪ ਕੌਰ ਕੋਲੋਂ ਦੁਹਰਾਈ ਜਾਂਦੀ ਹੈ। ਗੱਲ ਚੁਭਨ ਕਿੱਥੇ ਹੈਗੀ ਆ ਕਿ ਬੈਂਸ ਦੋਨੋਂ ਭਰਾ ਦਿਨ ਦੇ ਵਿੱਚ 8-9 ਘੰਟੇ ਬੈਠ ਕੇ ਸੰਗਤ ਦੀ ਸੇਵਾ ਕਰਦੇ ਆ। ਡੀਫੇਮ ਕਿਵੇਂ ਕਰਨਾ ਉਸ ਦਫ਼ਤਰ ਨੂੰ, ਬਿਲਕੁਲ ਉਸੇ ਪੈਟਰਨ ਦੇ ਉੱਤੇ। ਦੂਸਰਾ ਇਨਸੀਡੈਂਟ ਦਫ਼ਤਰ ਦਾ, ਮੈਨੂੰ ਮਾਨਸਿਕ ਤੇ ਸਰੀਰਕ ਜਿਹੜੇ ਆ ਮੇਰਾ ਸ਼ੋਸ਼ਣ ਕੀਤਾ ਗਿਆ, ਤਸੀਹੇ ਦਿੱਤੇ ਆ ਮੈਨੂੰ। ਮੈਂ ਇਹ ਗੱਲ ਤੁਹਾਨੂੰ ਕਹਿਣੀ ਚਾਹੂੰਗਾ ਕਿ ਇਹਨਾਂ ਨੇ ਪੁਰਾਣੇ ਤਜਰਬੇ ਦੇ ਵਿੱਚੋਂ, ਪੁਰਾਣੇ ਐਕਸਪੀਰੀਅੰਸ ਦੇ ਵਿੱਚੋਂ, ਬੀਬੀ ਗੁਰਦੀਪ ਕੌਰ ਵਾਲੇ ਐਕਸਪੀਰੀਅੰਸ ਦੇ ਵਿੱਚੋਂ ਇਹਨਾਂ ਨੇ ਦੇਖਿਆ ਕਿ ਗੱਲ ਤਾਂ ਸਿਰੇ ਚੜੀ ਨਹੀਂ, ਕਮੀਆਂ ਕਿੱਥੇ ਰਹਿ ਗਈਆਂ। ਬੀਬੀ ਗੁਰਦੀਪ ਕੌਰ ਦੀ ਦਰਖਾਸਤ ਤੇ ਉਹਦੇ ਸਬੂਤਾਂ ਪ੍ਰੂਫਾਂ ਦੇ ਵਿੱਚ ਕਮੀਆਂ ਕਿੱਥੇ ਸੀ, ਉਹ ਕਮੀਆਂ ਨੂੰ ਦੂਰ ਕਰਨ ਦਾ ਯਤਨ ਟਾਰਗੇਟ ਕੀਤੀ ਟੀਚਰ ਪਰਮਜੀਤ ਕੌਰ। ਟੀਚਰ ਪਰਮਜੀਤ ਕੌਰ ਦੇ ਵਿੱਚ ਉਹ ਖਾਮੀਆਂ ਤੇ ਕਮੀਆਂ, ਉਹ ਸਬੂਤ ਤੇ ਪ੍ਰੂਫ ਜਿਹੜੇ ਗੁਰਦੀਪ ਕੌਰ ਕੋਲੇ ਨਹੀਂ ਬਣਾ ਸਕੇ। ਇਹਨਾਂ ਨੂੰ ਤਾਂ ਸੀਗਾ ਵੀ ਬੈਂਸ ਦੇ ਉੱਤੇ ਦਿੱਤੀ ਦਰਖਾਸਤ, ਠਾ ਕਰਦਾ ਮੁਕੱਦਮਾ ਦਰਜ ਹੋ ਜਾਣਾ। ਕੁਦਰਤ ਬੜੀ ਬਿਆਨਤ ਹੈ ਦੋਸਤੋ, ਕੁਦਰਤ ਬੜੀ ਬਿਆਨਤ ਹੈ। ਮੇਰੇ ਕੋਲੇ ਕੁਝ ਨਹੀਂ ਹੈਗਾ, ਮੇਰੇ ਕੋਲੇ ਮਾਤੜ ਮਿਡਲ ਕਲਾਸ ਗਰੀਬ ਰੇੜਾ ਰਿਕਸ਼ਾ ਚਲਾਉਣ ਵਾਲਾ ਦਿਹਾੜੀਦਾਰ ਮਜ਼ਦੂਰ ਦੀਆਂ ਦੁਆਵਾਂ ਮੇਰੇ ਕੋਲੇ ਆ। ਉਹਨਾਂ ਦੁਆਵਾਂ ਦੇ ਕਵਚ ਸਦਕਾ ਜਿਹੜਾ ਮਰਿਆ ਸੱਪ ਮੇਰੇ ਗਲ ਪਾਉਣ ਲੱਗਦਾ ਤੇ ਕੁਦਰਤ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਦੀ ਹੈ। ਤੁਸੀਂ ਥੋੜਾ ਸਮਾਂ ਰੁਕ ਜਾਓ ਦੋਸਤੋ, ਤੁਹਾਡੇ ਸਾਹਮਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਆਏਗਾ ਲਾਜ਼ਮੀ। ਜਿੱਦਣ ਇਹਨਾਂ ਦੇ ਮਨੋਰਥ, ਕਾਲੀ ਤੇ ਕਾਂਗਰਸ ਦੇ ਚੱਲੇ ਕਾਰਤੂਸ ਨੇਤਾਵਾਂ ਦੇ ਮਨੋਰਥ ਪੂਰੇ ਹੋ ਗਏ, ਇਹੀ ਔਰਤਾਂ ਤੁਹਾਨੂੰ ਆ ਕੇ ਸੱਚਾਈ ਬਿਆਨ ਕਰਨਗੀਆਂ ਕਿ ਸੱਚਾਈ ਕੀ ਸੀਗੀ। ਜਿਹੜੇ ਅੱਜ ਸੰਗੀਨ ਬਲਾਤਕਾਰ ਦੇ ਇਲਜ਼ਾਮ ਮੇਰੇ ਤੇ ਲਾਏ ਜਾ ਰਹੇ ਆ, ਝੂਠੇ ਬੇਬੁਨਿਆਦ। ਮੈਂ ਬਾਲ ਬੱਚੇਦਾਰ, ਮੇਰੀ ਬੇਟੀ ਤੇ ਬੇਟਾ ਲਾਅ ਕਰਦੇ ਆ, ਕਿਸੇ ਦੇ ਉੱਤੇ ਇਸ ਤਰੀਕੇ ਦੇ ਝੂਠੇ ਬਲੇਮ ਲਾ ਦੇਣੇ, ਇਲਜ਼ਾਮ ਲਾ ਦੇਣੇ, ਉਹ ਕਿੰਨੀ ਕੁ ਮਾਨਸਿਕ ਪੀੜਾ ਚੋਂ ਗੁਜ਼ਰਦਾ ਹੋਊਗਾ, ਉਹਦੇ ਉੱਤੇ ਕਿੰਨਾ ਬਰਡਨ, ਕਿੰਨਾ ਤਣਾਅ ਹੋਊਗਾ ਆਪਣੇ ਬੇਟਾ ਬੇਟੀ, ਭਰਜਾਈਆਂ, ਮਾਂ ਭੈਣ ਦੇ ਸਾਹਮਣੇ ਫੇਸ ਕਰਨ ਦਾ ਉਹਨਾਂ ਨੂੰ। ਸੋ ਇਹ ਲੋਕ ਸੋਚਦੇ ਆ ਕਿ ਇਸ ਤਰੀਕੇ ਅਸੀਂ ਡਿਸਹਰਟਡ ਕਰਕੇ, ਇਹਨਾਂ ਦਾ ਹੌਸਲਾ ਤੋੜ ਕੇ ਇਹ ਆਊਟ ਹੋ ਜਾਣ, ਆਪਣੇ ਮਿਸ਼ਨ ਤੋਂ ਭਟਕ ਜਾਣ ਤੇ ਅਸੀਂ ਵਿਧਾਨ ਸਭਾ 2022 ਹਜੇ 6-7 ਮਹੀਨੇ ਬਾਕੀ ਆ, ਹੋਰ ਵੀ ਬੜਾ ਕੁਝ ਕਰਨਾ ਇਹਨਾਂ ਨੇ। ਮੈਂ ਤੁਹਾਡੇ ਕੋਲੇ ਇਸ ਕਰਕੇ ਹਾਜ਼ਰ ਹੋਇਆ, ਆ ਮੇਰਾ ਦੋਸਤ ਇੱਥੇ ਐਡਵੋਕੇਟ ਗਿੱਲ ਖੜਾ, ਮਨਵੀਰ ਗਿੱਲ ਵੀ ਤੁਹਾਨੂੰ ਆਪਣੀ ਬਾਈਟ ਦਊਗਾ। ਇਹ ਬੰਦਾ ਇਹਨੂੰ ਕਿੰਨੀ ਤਰੀਕ ਨੂੰ ਆਹ ਵਾਲੀ ਚੈਟਿੰਗ ਸੈਂਡ ਕਰਦਾ ਤੇ ਫਿਰ ਇਹਦੇ ਘਰੇ ਜਾਂਦਾ ਤੇ ਘਰ ਜਾ ਕੇ ਇਹਨੂੰ ਕੀ ਕਹਿੰਦਾ ਇਹ ਵੀ ਤੁਹਾਨੂੰ ਦੱਸੂਗਾ। ਤੇ ਅੱਜ ਜਿਹੜੀ ਚੈਟਿੰਗ ਤੁਹਾਡੇ ਨਾਲ ਸਨੀ ਨੇ ਕੀਤੀ ਆ, ਤੁਸੀਂ ਨਹੀਂ ਕੀਤੀ। ਸਨੀ ਨੇ ਚੈਟਿੰਗ ਤਿਆਰ ਐਪ ਹੈਗੀ ਆ, ਉਸ ਐਪ ਦੇ ਜ਼ਰੀਏ ਤੁਹਾਡੀ ਚੈਟਿੰਗ, ਤੁਹਾਡੀਆਂ WhatsApp ਕਾਲ ਦਾ ਰਿਕਾਰਡ ਇਹ ਤੁਹਾਨੂੰ ਸਨੀ ਦੱਸੂਗਾ। ਸੋ ਮੇਰੀ ਨੰਬਰ 1 ਤੁਹਾਨੂੰ ਸਾਰਿਆਂ ਨੂੰ ਸਿਮਰ ਬੇਨਤੀ ਹੈ, ਮੇਰੇ ਕੋਲੋਂ ਕੋਈ ਤੁਸੀਂ ਸਵਾਲ ਕਰਨਾ, ਕਾਈਂਡਲੀ ਖੁੱਲ ਕੇ ਸਵਾਲਾਤ ਕਰੋ, ਤਾਂ ਜੋ ਦੁਨੀਆ ਦੇ ਸਾਹਮਣੇ ਮੈਨੂੰ ਪੂਰੇ ਵਰਲਡ ਦੇ ਵਿੱਚ ਬੈਠੇ ਪੰਜਾਬੀ ਲੋਕ ਦੁਆਵਾਂ ਦਿੰਦੇ ਆ, ਪਿਆਰ ਕਰਦੇ ਆ ਦੋਸਤੋ। ਉਹ ਸਿਰਫ ਤੇ ਸਿਰਫ ਕਰਮ ਦੀ ਬਦੌਲਤ ਆ ਜਿਹੜਾ ਮੈਂ ਕੰਡਿਆਂ ਦੀ ਸੇਜ ਤੇ ਬਹਿ ਕੇ, ਕੰਡਿਆਂ ਦੀ ਸੇਜ ਤੇ ਲੰਮੇ ਪੈ ਕੇ, ਥਾਣੇ ਦੀਆਂ ਹਵਾਲਾਤਾਂ ਦੇ ਵਿੱਚ ਗੰਦੀਆਂ ਦਰੀਆਂ ਦੇ ਉੱਤੇ ਰਾਤਾਂ ਕੱਟ ਕੇ ਮੈਂ ਪੰਜਾਬ ਦੀ ਸੇਵਾ ਕੀਤੀ ਹੈ। ਇਹ ਲੋਕ ਸੋਚਦੇ ਆ ਕਿ ਇਹਦੀ ਸੇਵਾ ਨੂੰ ਸਪੋਇਲ ਕਿਵੇਂ ਕਰਨਾ, ਇਹ ਸੋਚਦੇ ਆ ਕਿ ਸੇਵਾ ਦੇ ਉੱਤੇ ਗੰਦਗੀ ਦੇ ਟੋਕਰੇ ਕਿਵੇਂ ਸਿੱਟਣੇ ਆ ਤੇ ਇਹਦਾ ਮਨੋਬਲ ਕਿਵੇਂ ਤੋੜਨਾ। ਮਨੂੰ ਸਾਡੀ ਦਾਤਰੀ, ਅਸੀਂ ਮਨੂੰ ਦੇ ਸੋਏ ਜਿਉਂ-ਜਿਉਂ ਮਨੂੰ ਵੜਦਾ ਅਸੀਂ ਤੂਣ ਸਵਾਏ ਹੋਏ। ਮੈਂ ਬੇਨਤੀ ਕੀਤੀ ਆ ਕਿ ਮੈਂ ਬਿਜਲੀ ਚੋਰ, ਮੈਂ ਟੈਸਟ ਚੋਰ ਕਰਨ ਨਾਲ ਚੋਰੀ ਕਰਨ ਵਾਲਾ,
मैं ਜ਼ਮੀਨਾਂ ਜਾਇਦਾਦਾਂ ਦੱਬਣ ਵਾਲਾ ਤੁਸੀਂ ਸਾਰੇ ਸਾਹਮਣੇ ਹੋ ਕਿੱਡੇ ਕਿੱਡੇ ਡੰਬਰ ਕੀਤੇ ਗਏ ਕਿ ਇਹਨੇ ਫਲਾਣੇ ਦੀ ਜ਼ਮੀਨ ਤੇ ਕਬਜ਼ਾ ਕੀਤਾ। ਮੈਂ ਚਿੱਟਾ ਵੇਚਣ ਵਾਲਾ ਕਿਹੜੇ ਤਰੀਕੇ ਦੇ ਨਾਲ ਮੇਰੀ ਕੋਠੀ ਘੇਰਨ ਜਾਂਦੇ ਸੀ ਕਿ ਬੈਂਸ ਚਿੱਟਾ ਵੇਚਣ ਵਾਲਿਆਂ ਦਾ ਕਿੰਗ ਪਿਨ ਆ, ਤੇ ਹੁਣ ਮੈਂ ਰੇਪਿਸਟ, ਹੁਣ ਮੈਂ ਬਲਾਤਕਾਰੀ ਮੈਨੂੰ ਬਣਾਉਣ ਦਾ ਯਤਨ। ਸੋ ਮੈਂ ਉਮੀਦ ਕਰੂੰਗਾ ਕਿ ਤੁਸੀਂ ਸਾਰੇ ਸਵਾਲਾਤ ਕਰੋ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਲੋਕਾਂ ਦੀ ਚੈਰੀ 'ਚ ਜ਼ਰੂਰ ਜਾਵੇ। ਤੇ ਮੈਂ ਫੇਰ ਤੁਹਾਨੂੰ ਇਹ ਗੱਲ ਦਾਅਵੇ ਤੇ ਪੂਰਨ ਵਿਸ਼ਵਾਸ ਦੇ ਨਾਲ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਤੁਹਾਨੂੰ ਇਹ ਗੱਲ ਕਹਿਣਾ ਕਿ ਇੱਕ ਦਿਨ ਆਊਗਾ ਜਿੱਦਣ ਇਹਨਾਂ ਚੱਲੇ ਹੋਏ ਦੋਨੋਂ ਪਾਰਟੀਆਂ ਦੇ ਲੀਡਰ ਦਾ ਮਨੋਰਥ ਖਤਮ ਹੋ ਗਿਆ। ਉਦੋਂ ਸਤਿਕਾਰਯੋਗ ਬੀਬੀਆਂ ਤੁਹਾਡੇ ਕੋਲੇ ਆ ਕੇ ਸੱਚਾਈ ਲਾਜ਼ਮੀ ਬਿਆਨ ਕਰਨਗੀਆਂ ਕਿ ਅਸਲ ਬਿਹਾਈਂਡ ਦਾ ਕਰਟਨ ਸੱਚਾਈ ਕੀ ਹੈ ਤੇ ਕਿਹੜੇ ਕਿਹੜੇ ਲੋਕ ਸੀਗੇ। ਤੁਸੀਂ ਸਨੀ ਦਾ ਜ਼ਿਕਰ ਕੀਤਾ, ਤੁਸੀਂ ਜਿਹੜੀ ਜਨਤਾ ਤੁਹਾਨੂੰ ਪਿਆਰ ਕਰਦੀ ਹੈ, ਦੇਖਦੀ ਹੈ, ਲੁਧਿਆਣਾ ਵਾਸੀ, ਪੰਜਾਬ ਵਾਸੀ, ਉਹਨਾਂ ਨੂੰ ਕਲੀਅਰ ਦੱਸੋ ਕਿ ਇਹ ਸਨੀ ਕੌਣ ਹੈ ਜਾਂ ਕੀ ਹੈ, ਲੋਕਾਂ ਨੂੰ ਨਹੀਂ ਹਜੇ ਪਤਾ ਲੱਗਾ। ਸਨੀ ਕੈਂਥ, ਗਗਨਦੀਪ ਸਿੰਘ ਸਨੀ ਕੈਂਥ ਲੋਕ ਇਨਸਾਫ ਪਾਰਟੀ ਦੇ ਪੰਜਾਬ ਦਾ ਯੂਥ ਵਿੰਗ ਦਾ ਪ੍ਰੈਜ਼ੀਡੈਂਟ ਆ। ਬੜੇ ਕਰਮਸ਼ੀਲੇ ਸਾਰੇ ਦੋਸਤ ਆ ਜਿਹੜੇ ਆਈਟੀ ਦੇ ਵਿੱਚ ਵੀ ਬੜੀ ਮੁਹਾਰਤ ਰੱਖਦੇ ਆ। ਮੈਂ ਪਜਾਮਾ ਨੂੰ ਢੁਕਣ ਵਾਲਾ, ਮੇਰੇ ਕੋਲੇ ਆਈਟੀ ਦੀ ਉਹ ਮਹਾਰਤ ਨਹੀਂ ਜੋ ਇਹਨਾਂ 25 ਤੋਂ 30-35 ਸਾਲ ਵਾਲੇ ਬੱਚਿਆਂ ਦੇ ਕੋਲੇ ਮਹਾਰਤ ਹੈਗੀ ਆ। ਸੋ ਇਹ ਗਗਨਦੀਪ ਸਿੰਘ ਸਨੀ ਇਹ ਲੋਕ ਇਨਸਾਫ ਪਾਰਟੀ ਯੂਥ ਦੇ ਪ੍ਰਧਾਨ ਹੈਗੇ ਆ। ਇਹ ਤੁਹਾਨੂੰ ਜਿਹੜੀ ਤੁਸੀਂ ਕੋਈ ਸਵਾਲ ਕਰਨਾ ਕਾਈਂਡਲੀ ਪਹਿਲਾਂ ਮੇਰੇ ਵਾਲਾ ਐਪੀਸੋਡ ਖਤਮ ਕਰ ਲਓ, ਫਿਰ ਇਹ ਤੁਹਾਨੂੰ 2-4 ਮਿੰਟ ਤੁਹਾਡੇ ਲੈਣਗੇ। ਸਵਾਲ ਇਹ ਹੈ ਕਿ ਤੁਹਾਡੇ ਹੀ ਹਲਕੇ ਦੀਆਂ ਮਹਿਲਾਵਾਂ ਅੱਗੇ ਆ ਰਹੀਆਂ ਨੇ, ਕਿ ਇਹਦਾ ਰੀਜ਼ਨ ਕੀ ਮੰਨਦੇ ਹੋ? ਇਹ ਸਤਿਕਾਰਯੋਗ ਮਹਿਲਾ ਮੇਰੇ ਹਲਕੇ ਦੀ ਨਹੀਂ, ਇਹ ਧਾਂਦਰਾ ਰੋਡ ਦੇ ਉੱਤੇ ਇਹਨਾਂ ਦੀ ਰਿਹਾਇਸ਼ ਹੈ, ਇਹ ਮੇਰੇ ਹਲਕੇ ਦੀ ਨਹੀਂ ਹੈਗੀ। ਦੋਸਤ ਮੈਂ ਇੱਕ ਗੱਲ ਤੁਹਾਡੇ ਇਸ ਸਵਾਲ ਦੇ ਨਾਲ ਹੋਰ ਜੋੜ ਕੇ ਜਵਾਬ ਦਊਂਗਾ। ਇਹ ਗੁਰੂ ਦੀ ਕਿਰਪਾ, ਉਹ ਗੱਲ ਜਿਹੜੀ ਇੱਕ ਧੀ ਆਪਣੀ ਮਾਂ ਦੇ ਨਾਲ ਸਾਂਝੀ ਕਰਦੀ ਆ। ਮੇਰੇ ਦਫ਼ਤਰ ਦੇ ਵਿੱਚ ਇਹ ਗੁਰੂ ਦੀ ਕਿਰਪਾ ਤੇ ਲੋਕਾਂ ਦਾ ਵਿਸ਼ਵਾਸ ਹੈਗਾ। ਮੇਰੇ ਦਫ਼ਤਰ ਦੇ ਵਿੱਚ ਇੱਕ ਧੀ ਜਿਹੜੀ ਆਪਣੀ ਮਾਂ ਦੇ ਨਾਲ ਕੋਈ ਸੀਕ੍ਰੇਟ ਗੱਲ ਸ਼ੇਅਰ ਕਰਦੀ ਆ, ਸਤਿਕਾਰਯੋਗ ਬੱਚੀਆਂ, ਭੈਣਾਂ ਤੇ ਬਜ਼ੁਰਗ ਮਾਤਾਵਾਂ ਮੇਰੇ ਨਾਲ ਉਹ ਵੀ ਗੱਲ ਸ਼ੇਅਰ ਕਰਕੇ ਜਾਂਦੀਆਂ ਨੇ। ਬ੍ਰੀਚ ਆਫ ਟਰਸਟ, ਕਿਸੇ ਦਾ ਤੁਸੀਂ ਵਿਸ਼ਵਾਸ ਤੋੜਦੇ ਹੋ, ਇਹ ਸਾਡੀ ਡਿਕਸ਼ਨਰੀ 'ਚ ਨਹੀਂ, ਇਹ ਉਹਨਾਂ ਲੋਕਾਂ ਦੀ ਡਿਕਸ਼ਨਰੀ 'ਚ ਜਿਹੜੇ ਇਦਾਂ ਦੇ ਊਲ ਜਲੂਲ ਇਲਜ਼ਾਮ ਲਾ ਰਹੇ। ਔਰ ਮੈਂ ਇਹ ਵੀ ਗੱਲ ਸਪਸ਼ਟ ਕਰ ਦੇਣੀ ਚਾਹੁੰਦਾ ਅੱਜ ਕਿ ਇਹ ਕਿਸੇ ਵੀ ਕੀਮਤ ਦੇ ਉੱਤੇ ਇਸ ਵਾਰ ਇਹ ਬਖਸ਼ੇ ਨਹੀਂ ਜਾਣਗੇ। ਇਹਨਾਂ ਦੇ ਵਿਰੁੱਧ ਬਣਦੀ ਕਰੜੀ ਕਾਰਵਾਈ ਹੋਏਗੀ। ਮੈਂ ਡੀਜੀਪੀ ਤੱਕ ਜਾਊਂਗਾ ਸਾਰੇ ਸਬੂਤ ਪ੍ਰੂਫ ਲੈ ਕੇ ਕਿ ਤੁਸੀਂ ਇੱਕ ਪ੍ਰੋਮੀਨੈਂਟ ਬੰਦਾ ਜਿਹਨੂੰ ਕੌਮ ਚਾਹੁੰਦੀ ਹੋਵੇ, ਜਿਹਨੂੰ ਲੋਕ ਚਾਹੁੰਦੇ ਹੋਣ, ਉਹਦਾ ਫਿਊਚਰ ਸਪੋਇਲ ਕਰਨ ਵਾਸਤੇ ਕੀ ਹੱਥਕੰਡੇ ਅਪਣਾਓ। ਇਹਨਾਂ ਦੇ ਵਿਰੁੱਧ ਕਾਰਵਾਈ ਲਈ ਵੀ ਮੈਂ ਆਪਣਾ ਪੂਰਾ ਢਿੱਲ ਲਾਵਾਂਗਾ। ਕੌਣ ਹੈਗਾ ਜੀ, ਤੁਹਾਨੂੰ ਕੀ ਲੱਗਦਾ ਹੈ? ਇਹ ਵਿਰੋਧੀ ਧਿਰ ਮਤਲਬ ਕਾਂਗਰਸ ਹੈ ਜਾਂ ਅਕਾਲੀ ਦਲ ਹੈ, ਬੀਜੇਪੀ ਵਾਲੇ? ਕਾਂਗਰਸ ਐਂਡ ਅਕਾਲੀ ਦਲ ਦੇ ਚੱਲੇ ਹੋਏ ਕਾਰਤੂਸ, ਮੈਂ ਕਿਸੇ ਦਾ ਨਾਮ ਨਹੀਂ ਲਵਾਂਗਾ, ਤੁਸੀਂ ਭਲੀ ਭਾਂਤ ਜਾਣਗੇ, ਜਿਹੜੇ ਬਾਰ-ਬਾਰ ਇਲੈਕਸ਼ਨਾਂ ਦੇ ਵਿੱਚ ਮਾਤ ਖਾ ਚੁੱਕੇ ਆ, ਜਿਨ੍ਹਾਂ ਦੇ ਪੱਲੇ ਕੁਝ ਨਹੀਂ ਹੈਗਾ, ਜਿਹੜੇ ਲੋਕਾਂ ਦਾ ਸਾਹਮਣਾ ਕਰਨ ਤੋਂ ਡਰਦੇ ਆ। ਸਾਡੇ ਹਲਕੇ ਚੋਂ ਹੀ ਕਾਂਗਰਸ ਐਂਡ ਅਕਾਲੀ ਦਲ ਦੇ ਚੱਲੇ ਹੋਏ ਕਾਰਤੂਸ। ਕਮਲਜੀਤ ਕਰਵਲ ਕਹਿੰਦੇ ਨੇ ਵੀ ਸਿਮਰਜੀਤ ਬੈਂਸ ਦਰਬਾਰ ਸਾਹਿਬ ਜਾ ਕੇ ਸਮੂਹ ਚੱਟਣ ਦਾ ਕੋਈ ਕਾਲਾ ਕੰਮ ਨਹੀਂ ਕੀਤਾ, ਤੇ ਮੈਂ ਕਹਿ ਦੂੰਗਾ ਵੋਟਾਂ ਸਿਮਰਜੀਤ ਬੈਂਸ ਨੂੰ ਪਾ ਦਿਓ। ਉਹ ਮੇਰਾ ਬਚਪਨ ਦਾ ਸਾਥੀ ਰਿਹਾ ਸੀ, 10 ਮਹੀਨੇ 9 ਦਿਨ ਜੇਲ੍ਹ ਵੀ ਇਕੱਠੇ ਇੱਕੋ ਕਮਰੇ 'ਚ ਇਕੱਠੀ, ਇੱਕੋ ਕੋਠੜੀ 'ਚ ਕੱਟੀ ਆ। 100 ਚੱਕਦਾ ਹੁੰਦਾ ਜਿਹੜਾ ਬੰਦਾ ਝੂਠਾ ਹੋਵੇ, ਜਿਹਨੇ ਕੋਈ ਪਾਪ ਕੀਤਾ ਹੋਵੇ। ਮੈਂ ਉਸ ਸੱਜਣ ਨੂੰ ਅੱਜ ਵੀ, ਜਿਹੜਾ ਜ਼ਿੰਦਗੀ ਦੇ 35-36 ਸਾਲ ਦੋਸਤ ਰਿਹਾ ਹੋਵੇ, ਮੈਂ ਅੱਜ ਵੀ ਉਹਨੂੰ ਕਹੂੰਗਾ ਕਿ ਮੈਂ ਉਹਦੇ ਘਰ ਤੇ ਉਹ ਮੇਰੇ ਘਰ, ਅਸੀਂ ਇੱਕ ਦੂਸਰੇ ਦੇ ਘਰਾਂ ਦੇ ਵਿੱਚ ਦੁਪਹਿਰਾ ਵੀ ਗੁਜ਼ਾਰਦੇ ਰਹੇ ਹਾਂ, ਸੁੱਤੇ ਵੀ ਰਹੇ ਹਾਂ। ਕਿਤੇ ਕੋਈ ਉਹਨੇ ਮੇਰੀ ਇਸ ਤਰੀਕੇ ਦੀ ਗੱਲ ਦੇਖੀ ਹੋਵੇ, ਮੇਰੇ ਚਰਿੱਤਰ ਪ੍ਰਤੀ ਕੋਈ ਗੱਲ ਦੇਖੀ ਹੋਵੇ, ਮੈਂ ਅੱਜ ਤੱਕ ਉਸ ਦੋਸਤ ਦੀ ਗੱਲ ਦਾ ਕਦੇ ਜਵਾਬ ਨਹੀਂ ਦਿੱਤਾ। ਉਹਨੇ ਲਿਟਰਲੀ ਮੈਨੂੰ ਗਾਲਾਂ ਤੱਕ ਕੱਢੀਆਂ, ਮੈਂ ਕਦੇ ਜਵਾਬ ਨਹੀਂ ਦਿੱਤਾ ਕਿ ਉਹ ਦੋਸਤ ਜਿਹੜਾ ਸੱਜੇ ਹੱਥ ਆ, ਉਹਦੇ ਬਾਰੇ ਕਦੇ ਨਹੀਂ ਕੁਝ ਵੀ ਬੋਲਣਾ। ਇਹ ਵਿਰਸੇ ਦੇ ਵਿੱਚੋਂ ਪ੍ਰਾਪਤ ਗੱਲਾਂ ਨੇ। 100 ਚੱਕਦਾ ਜਿਹੜਾ ਝੂਠਾ ਹੋਊਗਾ ਤੁਰੰਤ ਕਹੂਗਾ ਵੀ ਮੈਨੂੰ ਮੰਦਰ ਲੈ ਚਲੋ, ਮੈਨੂੰ ਗੁਰਦੁਆਰੇ ਲੈ ਚਲੋ। ਮੈਨੂੰ ਇਸ ਗੱਲ ਦਾ ਵਿਸ਼ਵਾਸ, ਪੂਰਨ ਵਿਸ਼ਵਾਸ ਆ ਕਿ ਇੱਕ ਦਿਨ ਆਊਗਾ ਜ਼ਰੂਰ, ਡੇ ਵਿਲ ਕਮ ਡੈਫੀਨਿਟਲੀ, ਜਿੱਦਣ ਇਹ ਦੋਨੋਂ ਲੇਡੀਜ਼ ਤੁਹਾਡੇ ਅੱਗੇ ਆ ਕੇ ਸੱਚਾਈ ਬਿਆਨ ਕਰਕੇ ਜਾਣਗੇ। ਲੇਡੀਜ਼ ਹੁਣ ਆਈਆਂ 2 ਸਾਲ ਪਹਿਲਾਂ ਕਮਲਜੀਤ ਸਿੰਘ ਕਰਵਲ ਨੇ ਐਸੀ ਰੋਡ ਤੇ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਤੁਹਾਡੇ ਤੇ ਬਲਾਤਕਾਰੀ ਹੋਣ ਦੇ ਇਲਜ਼ਾਮ ਲਾਏ ਸੀਗੇ। ਉਹਨਾਂ ਨੇ ਕਿਹਾ ਸੀਗਾ ਕਿ ਬੈਂਸ ਕੈਮਰੇ ਦੇ ਅੱਗੇ ਆ ਕੇ ਕਹਿ ਦੇਵੇ ਕਿ ਕਮਲਜੀਤ ਸਿੰਘ ਕਰਵਲ ਜੋ ਬੋਲ ਰਿਹਾ ਝੂਠ ਬੋਲ ਰਿਹਾ, ਉਹ ਆਪਣੀ ਸਿਆਸਤ ਤੋਂ ਪਰੇ ਹੋ ਜਾਓਗੇ, ਪਰ ਤੁਸੀਂ ਉਸ ਚੀਜ਼ ਨੂੰ ਕਦੇ ਵੀ ਮੈਂ ਤੁਹਾਡੇ
ਤੁਹਾਡੇ ਕੈਮਰੇ ਦੇ ਅੱਗੇ, ਮੈਂ ਅੱਜ ਤੱਕ ਕਦੇ ਉਹਦਾ ਨਾਮ ਲੈ ਕੇ ਤੁਹਾਡੇ ਕੀਤੇ ਹੋਏ ਸਵਾਲ ਦਾ ਜਵਾਬ ਨਹੀਂ ਦਿੱਤਾ। ਮੈਂ ਤੁਹਾਡੇ ਕੈਮਰੇ ਅੱਗੇ ਇਹ 2 ਜਿਹੜੇ ਉਹਨੇ ਬਾਏ ਨੇਮ ਲੇਡੀਜ਼ ਨੂੰ ਉਤਾਰਿਆ, ਮੈਂ ਤੁਹਾਡੇ ਕੈਮਰੇ ਦੇ ਅੱਗੇ ਕਹਿ ਰਿਹਾ ਕਿ ਇਹ ਦੋਨੋਂ ਲੇਡੀਜ਼ ਸੱਚਾਈ ਤੁਹਾਡੇ ਸਾਹਮਣੇ ਲੈ ਕੇ ਆਉਣਗੀਆਂ। ਉਹ ਮੈਨੂੰ ਗੁੰਮਨਾਮ ਬਲਾਤਕਾਰੀ ਕਹਿ ਰਿਹਾ ਨਾ, ਇਹ 2 ਲੇਡੀਜ਼ ਜਿਹੜੀਆਂ ਉਹਨੇ ਮੈਦਾਨ ਦੇ ਵਿੱਚ ਤਾਰੀਆਂ ਨੇ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਦੋਸਤ। ਇਹ ਦੋਨੋਂ ਲੇਡੀ ਤੁਹਾਡੇ ਅੱਗੇ ਨਾ ਆ ਕੇ ਸੱਚਾਈ ਬਿਆਨ ਕਰਨ। ਤੁਸੀਂ ਮੰਨਦੇ ਹੋ ਕਿ ਕਮਲਜੀਤ ਸਿੰਘ ਕੜਵਲ ਜੋ ਇਲਜ਼ਾਮ ਤੁਹਾਨੂੰ ਬਲਾਤਕਾਰੀ ਦਾ ਟੈਗ ਉਹਨਾਂ ਨੇ ਲਾਇਆ ਵਾ ਉਹ ਝੂਠ ਬੋਲੇ? ਉਹ ਕਹਿੰਦੇ ਕਿ ਇੱਕ ਬੈਂਸ ਸਾਹਿਬ ਕਹਿ ਦੇਣ ਕਿ ਕਮਲਜੀਤ ਸਿੰਘ ਕੜਵਲ ਝੂਠ ਬੋਲ ਰਿਹਾ। ਉਹ ਦੋਸਤ ਮੇਰੇ ਕੋਲੋਂ ਅਸਲ ਦੇ ਵਿੱਚ ਕਿਸੇ ਦਾ ਕੱਦ ਨੀਵਾਂ ਕਰਨਾ ਹੋਵੇ ਨਾ, ਮੈਂ ਜਦੋਂ ਤੁਸੀਂ ਮੇਰੇ ਕੋਲ ਉਹਦਾ ਨਾਮ ਲੈ ਕੇ ਸਵਾਲ ਕਰਦੇ ਹੋ, ਮੈਂ ਕਹਿੰਦਾ ਯਾਰ ਕਿਸੇ ਮੰਤਰੀ ਮੁੱਖ ਮੰਤਰੀ ਸੁਣ ਤਾਂ ਲਓ। ਹੁਣ ਮੈਂ ਤੁਹਾਡੀ ਗੱਲ ਦਾ ਜਵਾਬ ਦੇਣ ਲੱਗਿਆ, ਮੈਂ ਅਵੋਇਡ ਕੀਤਾ ਸੀਗਾ। ਨਾਓ ਇਜ਼ ਇਨਫ, ਪਾਣੀ ਪੁਲ ਦੇ ਉੱਤੋਂ ਦੀ ਪੱਕ ਗਿਆ। ਮੈਂ ਤੁਹਾਡੇ ਸਾਹਮਣੇ ਇਸ ਗੱਲ ਦਾ ਐਲਾਨ ਕਰਦਾ ਕਿ ਉਹਦੇ ਲਾਏ ਹੋਏ ਇਲਜ਼ਾਮ 100% 101% ਝੂਠੇ ਤੇ ਬੇਬੁਨਿਆਦ ਹੈਗੇ ਆ। ਉਹਨੇ ਜਿਹੜੇ ਇਲਜ਼ਾਮ 2 ਪਬਲਿਕਲੀ ਓਪਨ ਕਰਕੇ 2 ਲੇਡੀਜ਼ ਲੈ ਕੇ ਆਇਆ, ਮੈਂ ਉਹਨਾਂ ਦਾ ਵੀ ਤੁਹਾਡੇ ਨਾਲ ਵਾਅਦਾ ਤੇ ਵਚਨ ਕਰਦਾ ਕਿ ਉਹ ਵੀ ਤੁਹਾਡੇ ਸਾਹਮਣੇ ਨਤਾਰਾ ਕਰਕੇ ਜਾਣਗੇ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ। ਤੁਸੀਂ ਕਹਿ ਰਹੇ ਹੋ ਕਿ ਤੁਸੀਂ ਅਵੋਇਡ ਕਰਦੇ ਰਹੇ ਹੋ ਵੀ ਤੁਸੀਂ ਡੈਫਾਮੇਸ਼ਨ ਦਾ ਕੇਸ ਕਰੋ, ਲਿਖੇ ਦੇ ਉੱਤੇ ਨਾ ਕੋਈ ਲਿਖੇ ਤੇ ਡੈਫਾਮੇਸ਼ਨ ਕੀਤੀ ਆ, ਤੁਸੀਂ ਕੜਵਲ ਦੇ ਉੱਤੇ ਕੀਤੀ। ਤੁਸੀਂ ਕਲੋਜ਼ਰ ਤਾਂ ਲੈਣ ਦਿਓ ਜੀ, ਹਜੇ ਪੁਲਿਸ ਨੇ ਆਪਣੀ ਰਿਪੋਰਟ ਸਬਮਿਟ ਨਹੀਂ ਕੀਤੀ। ਜੀ। ਹਾਊ ਕੈਨ ਆਈ ਫਾਈਲ ਡੈਫਾਮੇਸ਼ਨ? ਤੁਸੀਂ ਆ ਲੈਣ ਦਿਓ ਨੇੜੇ। ਕੜਵਲ ਸਾਹਿਬ ਦੇ ਕਰ ਸਕਦੇ ਹੋ ਤੁਸੀਂ ਉਹਨਾਂ ਦੇ ਵੀ ਉਹ ਜਿਹੜੇ ਐਲੀਗੇਸ਼ਨ ਤੁਹਾਡੇ ਝੂਠੇ। ਮੇਰੀ ਇੱਕ ਗੱਲ ਸੁਣ ਲਓ, ਮੈਂ ਕਿਹਦੇ ਵਰਖਲਾਫ ਡੈਫਾਮੇਸ਼ਨ ਪਾਉਂਗਾ? ਸਰ ਜਦੋਂ ਤੁਸੀਂ ਨਹੀਂ ਸੁਣ ਤਾਂ ਲਓ ਮੇਰੀ ਗੱਲ। ਮੈਂ ਭੈਣੇ ਦੱਸਦਾ ਤੁਹਾਨੂੰ, ਜਦੋਂ ਇਹ ਕੇਸ ਕਿਨਾਰੇ ਲੱਗ ਗਏ, ਕਿਨਾਰੇ ਦਾ ਮਤਲਬ ਹੋਇਆ ਜਦੋਂ ਕਲੋਜ਼ਰ ਹੋ ਗਿਆ ਕੰਮ, ਫਿਰ ਤੁਸੀਂ ਮੇਰੇ ਤੋਂ ਇਹ ਸਵਾਲ ਪੁੱਛਿਓ ਵੀ ਤੁਸੀਂ ਡੈਫਾਮੇਸ਼ਨ ਕਿਹਦੇ ਤੇ ਨਹੀਂ ਪਾਈ। ਅਗਰ ਬੈਂਸ ਸਾਹਿਬ ਇਨ ਬਿਟਵੀਨ ਪੁਲਿਸ ਫਿਰ ਕਿਤੇ ਨਾ ਕਿਤੇ ਆਪਾਂ ਆਲਰੇਡੀ ਪਹਿਲਾਂ ਕਹਿ ਰਹੇ ਹਾਂ ਕਿ ਪੁਲਿਸ ਧੱਕਾ ਕਰ ਦਿੰਦੀ ਆ, ਇਹ ਹੋ ਜਾਂਦਾ ਉਹ ਹੋ ਜਾਂਦਾ। ਅਗਰ ਪੁਲਿਸ ਦੂਜੇ ਪਾਸੇ ਚੱਲ ਗਈ ਫਿਰ ਆਪਾਂ ਕੀ ਕਰਾਂਗੇ ਨਾ ਜੀ? ਪਹਿਲਾਂ ਹੀ ਅਲਟੀਮੇਟਲੀ ਗੱਲ ਹੈ ਕਿ ਅਗਰ ਆਪਾਂ ਸੱਚੇ ਹਾਂ ਤਾਂ ਉਹਦੇ ਤੇ ਕੋਈ ਸਟੈਪ ਤਾਂ ਦੇਖੋ, ਜਦੋਂ ਮੈਂ ਕੋਈ ਡੈਫਾਮੇਸ਼ਨ ਫਾਈਲ ਕਰੂੰਗਾ ਤਾਂ ਜੱਜ ਵੀ ਅਦਾਲਤ ਦੇ ਵਿੱਚ ਬੈਠਾ ਵੀ ਇਹ ਹਜੇ ਅੰਡਰ ਡੈਫਾਮੇਸ਼ਨ ਨਾ ਹੋਵੇ, ਲੇਕਿਨ ਇੱਕ ਕਾਰਵਾਈ ਤਾਂ ਹੈਗੀ ਹੈ ਨਾ ਜੀ। ਤੁਸੀਂ ਡੀਜੀਪੀ ਨੂੰ ਇੱਕ ਚਿੱਠੀ ਮੈਂ ਕਹਿ ਰਿਹਾ ਹੁਣ, ਮੈਂ ਕਹਿ ਰਿਹਾ ਕਿ ਮੈਂ ਡੀਜੀਪੀ ਨੂੰ ਸਾਰੇ ਸਬੂਤ ਪ੍ਰੂਫ ਲੈ ਕੇ ਮਿਲੂੰਗਾ ਤੇ ਸਖਤ ਕਾਰਵਾਈ ਕਰਾਉਣ ਤੱਕ ਬਾਜਹਾਨ ਦੀ ਲਾਉਂਗਾ। ਬੈਂਸ ਸਾਹਿਬ ਗੁਰਦੀਪ ਕੌਰ ਨੇ ਗੱਲ ਕਹੀ ਸੀ ਜੀ। ਕਿ ਬੈਂਸ ਸਾਹਿਬ ਆਪਣਾ ਮੈਡੀਕਲ ਕਰਾ ਲੈਣ, ਲਾਈ ਡਿਟੈਕਟਰ ਟੈਸਟ ਕਰਾ ਲੈਣ, ਕੌਣ ਸੱਚਾ। ਮੈਂ ਕਿਹਾ ਕਰਾ ਲੈਣ, ਇੱਕ ਵਾਰੀ ਛੱਡ ਕੇ 100 ਵਾਰੀ ਲਾਈ ਡਿਟੈਕਟਰ ਟੈਸਟ ਕਰਾ ਲੈਣ। ਕੋਈ ਹੋਰ ਟੈਸਟ ਹੈਗਾ ਮੇਰਾ ਉਹ ਕਰਵਾ ਲੈਣ। ਦੋਸਤ ਜੇ ਇਸ ਰਸਤੇ ਤੇ ਤੁਰਨਾ ਹੋਵੇ ਨਾ ਤੇ ਫਿਰ ਆਪਣਾ ਦਾਮਨ ਪਾਕ ਤੇ ਸਾਫ਼ ਰੱਖਣਾ ਬੜਾ ਜ਼ਰੂਰੀ ਹੈ। ਮੈਂ ਕਦੇ ਨਹੀਂ ਕਿਸੇ ਦੇ ਨਾਲ ਪਾਵਰਫੁਲ ਲੋਕਾਂ ਦੇ ਨਾਲ ਮੱਥਾ ਲਾ ਸਕਦਾ ਜੇ ਮੇਰਾ ਆਪਣਾ ਦਾਮਨ ਪਾਕ ਤੇ ਸਾਫ਼ ਹੋਊਗਾ। ਜੇ ਗੰਦਾ ਹੋਊਗਾ ਮੈਂ ਕਦੇ ਮੱਥਾ ਨਹੀਂ ਲਾ ਸਕਦਾ। ਮੱਥਾ ਉਦੋਂ ਹੀ ਲਾ ਸਕਦਾ ਜਦੋਂ ਮੈਂ ਖੁਦ ਮੇਰਾ ਦਾਮਨ ਪਾਕ ਤੇ ਸਾਫ਼ ਹੈਗਾ। ਇਲੈਕਸ਼ਨਾਂ ਤੋਂ ਪਹਿਲਾਂ ਹੀ ਇਹ ਰੇਪ ਵਾਲੇ ਮੈਟਰ ਨਿਕਲਦੇ ਜੀ। ਇਹ ਤੁਸੀਂ ਹਜੇ 6 ਮਹੀਨੇ ਹੋ ਰਿਹਾ, ਇਹ ਬੇੜਾ ਗਰਕ ਹੋਇਆ। ਜਿਹੜੇ ਨਕਾਰਾ ਹੋ ਚੁੱਕੇ ਲੀਡਰ ਆ ਉਹ ਸ਼ਾਰਟਕਟ, ਉਹ ਜਿਹੜਾ ਲੋਕਾਂ ਦਾ ਇਹ ਕਹੂੰਗਾ ਕਿ ਉਹਨਾਂ ਦਿਹਾੜੀਦਾਰ ਜਿਹੜਾ ਆਪਾਂ 500 ਰੁਪਏ ਤੇ ਜਾਂ ਕੋਈ ਤਨਖਾਹਦਾਰ ਰੱਖਦੇ ਆ, ਉਹਨਾਂ ਲੋਇਲ ਆਪਣੇ ਮਾਲਕ ਦਾ ਉਹ ਨਹੀਂ ਹੁੰਦਾ ਜਿੰਨਾ ਸਿਮਰਜੀਤ ਬੈਂਸ ਆਪਣੇ ਲੋਕਾਂ ਦਾ ਲੋਇਲ ਹੈਗਾ। ਮੈਂ ਛਾਤੀ ਚੀਰ ਕੇ ਨਹੀਂ ਦਿਖਾ ਸਕਦਾ। ਉਹ ਇਸ ਲੋਇਲਟੀ ਨੂੰ ਲੋਕਾਂ ਦੇ ਮਨ ਦੇ ਵਿੱਚੋਂ ਬਲਾਤਕਾਰੀ ਕਹਿ ਕੇ ਧੋਣ ਦਾ ਯਤਨ ਕਰਦੇ ਆ। ਮੇਰੇ ਲੋਕ, ਪੰਜਾਬ ਦੇ ਲੋਕ ਸਭ ਜਾਣਦੇ ਆ ਸੱਚਾਈ ਕਿੱਥੇ ਆ ਤੇ ਝੂਠ ਕਿੱਥੇ ਆ। ਬੈਂਸ ਸਾਹਿਬ ਤੇ ਸਾਡੀ ਸਾਡੀ ਜਿਹੜੀ ਜਿਹੜੀ ਗੁਰਦੀਪ ਗੋਸ਼ਾ ਜੀ ਤੇ ਉਹਨਾਂ ਦੇ ਕਾਂਗਰਸ ਪਾਰਟੀ ਦੇ ਵਿਧਾਇਕ ਸੀਗੇ, ਉਹਨਾਂ ਗੁਰਦੀਪ ਜਿਹੜੇ ਮੈਡਮ ਬੈਠੇ ਨੇ ਉੱਥੇ ਜਾ ਕੇ ਉਹਨਾਂ ਨੇ ਇਹਨਾਂ ਸਾਥ ਦਿੱਤਾ ਕਿ ਬੈਂਸ ਸਾਹਿਬ ਤੇ ਕਾਰਵਾਈ ਹੋਣੀ ਚਾਹੀਦੀ ਹੈ। ਉਦੋਂ ਤੁਸੀਂ ਕੁਝ ਨਹੀਂ ਬੋਲੇ। ਤੁਸੀਂ ਕਹਿੰਦੇ ਮੈਂ ਹੋਲਡ ਰੱਖ ਦੇਣਾ, ਮੈਂ ਕਹਿੰਦਾ ਕਿ ਚਲੋ ਛੱਡੋ ਜਾਣ ਦਿਓ। ਉਦੋਂ ਜਿਹੜੀ ਜਨਤਾ ਤੁਹਾਡੇ ਤੇ ਵਿਸ਼ਵਾਸ ਕਰਦੀ ਉਹਨਾਂ ਦਾ ਦਿਲ ਟੁੱਟਦਾ ਵੀ ਬੈਂਸ ਸਾਹਿਬ। ਅੱਛਾ ਭੈਣੇ, ਮੈਂ ਇਹ ਕਹੂੰਗਾ ਕਿ ਜਦੋਂ ਪਾਣੀ ਸਿਰ ਤੋਂ ਦੀ ਵਗ ਜਾਂਦਾ ਨਾ, ਫਿਰ ਬੰਦੇ ਨੂੰ 20 ਵਾਰੀ ਸੋਚਣਾ ਪੈਂਦਾ ਵੀ ਇਹ ਲੋਕ ਨਹੀਂ ਹਟਣਗੇ, ਇਹਨਾਂ ਨੂੰ ਜਵਾਬ ਦੇਣਾ ਪਊਗਾ। ਮੈਨੂੰ ਚਾਹਣ ਵਾਲੇ ਲੋਕ ਡਿਸਹਰਟਡ ਹੁੰਦੇ ਆ, ਉਹ ਪਰੇਸ਼ਾਨ ਹੁੰਦੇ ਆ, ਟੈਂਸ ਹੁੰਦੇ ਆ। ਆਈ ਨੋ ਇਟ। ਮੈਂ ਹੁਣ ਕਹਿ ਰਿਹਾ ਕਿ ਇਹ ਲੋਕ ਹੱਦਾਂ ਟੱਪ ਗਏ। ਇਹ ਲੋਕ ਝੂਠੇ ਤੇ ਬੇਬੁਨਿਆਦ ਗੰਦ ਦੇ ਟੋਕਰੇ ਸੁੱਟਣ ਤੋਂ ਇਹਨਾਂ ਨੂੰ ਹੋ ਗਿਆ ਵੀ ਪਹਿਲਾਂ ਤਾਂ ਸਾਡੇ ਤੇ ਹੋਇਆ ਹੀ ਕੁਝ ਨਹੀਂ। ਇਹ ਗਾਂ ਦੀ ਗਾਂ ਵੱਧ ਰਹੇ ਆ। ਇਹਨਾਂ ਨੇ ਸੋਚਿਆ ਕਿ ਜਿਹੜੀਆਂ ਗੁਰਦੀਪ ਕੌਰ ਦੇ ਜਿੱਤੀ ਹੋਈ ਕੰਪਲੇਂਟ ਦੇ ਵਿੱਚ ਖਾਮੀਆਂ ਟੁੱਟੀਆਂ ਸੀ, ਇੱਥੇ ਪੂਰੀਆਂ ਕਰਕੇ ਫਸਾਓ ਇਹਨੂੰ। ਸੋ ਮੈਂ ਫਿਰ ਕਹੂੰਗਾ ਕਿ ਇਸ ਕੇਸ ਦੇ ਵਿੱਚ ਝੂਠੇ ਬੇਬੁਨਿਆਦ ਬਿਹਾਈਂਡ ਕਰਟਨ ਲੋਕਾਂ ਦਾ ਐਕਸਪੋਜ਼ਰ ਤੇ ਉਹਨਾਂ ਨੂੰ ਬਣਦੀ ਸਜ਼ਾ ਕਰਵਾਉਣ ਲਈ ਆਪਣਾ ਢਿੱਲ ਲਾਉਂਗਾ।
ਅਕਾਲੀ ਦਲ ਵਾਲੇ ਦੋਸ਼ ਲਾਉਂਦੇ ਵੀ ਬੈਂਸ ਸਾਹਿਬ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਸੰਧੀ ਹੋ ਚੁੱਕੀ ਹੈ, ਕੋਈ ਕਿਸੇ ਹੋਰ ਤੇ ਦੋਸ਼ ਲੱਗਦੇ, ਇਨਵੈਸਟੀਗੇਸ਼ਨ ਬਾਅਦ ਚੋਂ ਹੋਣੀ ਸੀ, ਪਹਿਲਾ ਪਰਚਾ ਮੇਰੇ ਉੱਤੇ ਜਾਣ ਦੀਆਂ ਵੀ ਤਿਆਰੀਆਂ ਹੋ ਰਹੀਆਂ ਹੈ। ਮੇਰੇ ਉੱਤੇ ਸੰਧੀ ਤੇ ਮੇਰੇ ਉੱਤੇ ਜਾਣ ਆਉਣ ਦੀਆਂ ਘਟਨਾਵਾਂ ਕੋਈ ਪਹਿਲੀਆਂ ਨਹੀਂ। ਕਦੇ ਬੀਜੇਪੀ, ਜੇ ਮੈਂ ਰਾਸ਼ਟਰਪਤੀ ਦੇ ਉਮੀਦਵਾਰ ਨੂੰ ਇੱਕ ਦਲਿਤ ਉਮੀਦਵਾਰ ਸੀਗਾ, ਇੱਕ ਦਲਿਤ ਸਮਝ ਕੇ ਜੇ ਮੈਂ ਵੋਟ ਕਾਸਟ ਕਰ ਦਿੱਤਾ, ਤੁਹਾਡੇ ਚੋਂ ਵੀ ਬਹੁਤ ਸਾਰੇ ਖੋਜੀ ਪੱਤਰਕਾਰ ਕਹਿੰਦੇ ਸੀ ਬੀਜੇਪੀ ਦਾ ਰਸਤਾ ਬੈਂਸ ਨੇ ਅਡਾਪਟ ਕਰ ਲਿਆ। ਕਿੰਨੇ ਸਾਲ ਹੋ ਗਏ ਉਸ ਗੱਲ ਨੂੰ। ਫਿਰ ਲੋਕ ਆ ਗਏ ਹੁਣ ਦੁਬਾਰਾ, ਜਿਹੜੇ ਡਿਫਿਊਜ਼ ਹੋਏ ਆ, ਜਿਹੜੇ ਚੱਲ ਚੁੱਕੇ ਹੋਏ ਆ, ਉਹ ਹੁਣ ਆ ਗਏ ਕਿ ਕੈਪਟਨ ਅਮਰਿੰਦਰ ਸਿੰਘ ਦੀ ਬੈਂਸ ਨਾਲ ਸੰਧੀ ਹੋ ਗਈ। ਕੈਪਟਨ ਅਮਰਿੰਦਰ ਸਿੰਘ ਦੇ ਸਿਟੀ ਸੈਂਟਰ ਸਕੈਮ ਦੇ ਖਿਲਾਫ ਹਾਈ ਕੋਰਟ ਕੌਣ ਖੜਾ? ਕੀ ਮੈਂ ਵਾਪਸ ਲੈ ਲਿਆ? ਉਹ ਲੋਕ ਜਿਹੜੇ ਤੁਹਾਨੂੰ ਸਵਾਲ ਕਰਦੇ ਆ, ਉਹਨਾਂ ਨੂੰ ਇਹ ਉਲਟਾ ਜਵਾਬ ਕਰੋ ਕਿ ਉਹ ਸਿਟੀ ਸੈਂਟਰ ਸਕੈਮ ਪੰਜਾਬ ਦੇ ਵਿੱਚੋਂ ਇੱਕੋ ਲੋਕ ਇਨਸਾਫ ਪਾਰਟੀ ਦਾ ਵਿਧਾਇਕ ਜਦੋਂ ਸੈਸ਼ਨ ਲੁਧਿਆਣਾ ਨੇ ਗੱਲ ਨਹੀਂ ਸੁਣੀ ਤੇ ਉਹ ਹਾਈ ਕੋਰਟ ਖੜਾ ਜਾ ਕੇ ਮੈਂ ਵਾਪਸ ਨਹੀਂ ਲਿਆ ਕੇਸ ਦੋਸਤ ਕੋਈ ਵੀ। ਸੋ ਮੇਰੀ ਸਿਨਮਰ ਬੇਨਤੀ ਆ, ਉਹਨਾਂ ਲੋਕਾਂ ਦੀਆਂ ਗੱਲਾਂ ਨੂੰ ਸਾਰੇ ਮੀਡੀਆ ਵਾਲੇ ਦੋਸਤੋ, ਤੁਸੀਂ ਡੈਮੋਕ੍ਰੇਸੀ ਦਾ ਮਜ਼ਬੂਤ ਪਿਲਰ ਹੋ, ਤੁਸੀਂ ਚੌਥਾ ਸਤੰਭ ਹੋ। ਕਾਈਂਡਲੀ ਮੇਰੇ 'ਚ ਕੋਈ ਖਾਮੀ ਆ, ਕੋਈ ਮੇਰੇ 'ਚ ਔਗੁਣ ਆ, ਦੋਸ਼ ਆ, ਉਹਨੂੰ ਚੰਗਾ ਵਾਰਨ ਕਰੋ ਤੁਸੀਂ, ਪਰ ਬੇਬੁਨਿਆਦ ਤੇ ਉਹਨਾਂ ਲੋਕਾਂ ਦੀਆਂ ਗੱਲਾਂ ਜਿਹੜੇ ਬਾਰ-ਬਾਰ ਹਾਰ ਤੋਂ ਬਾਅਦ ਫਰਸਟ੍ਰੇਟ ਹੋ ਕੇ ਗਲਤ ਬਿਆਨਬਾਜ਼ੀ ਕਰਦੇ ਆ, ਉਹਨਾਂ ਨੂੰ ਕੰਸੀਡਰ ਨਾ ਕਰਿਆ ਕਰੋ। ਸਰ, ਜਿਨ੍ਹਾਂ ਨੇ ਹੁਣ ਤੁਹਾਡੀ ਖਿਲਾਫ ਕੰਪਲੇਂਟ ਕੀਤੀ, ਉਹਨਾਂ ਨੂੰ ਤੁਸੀਂ ਕਿੰਨੇ ਲੰਬੇ ਸਮੇਂ ਤੋਂ ਜਾਣਦੇ ਸੀ? ਮੈਂ ਭੈਣ ਜੀ ਉਹਨਾਂ ਨੂੰ ਜਾਣਦਾ ਹੋਊਗਾ ਤਕਰੀਬਨ 2000, ਹੋਰ ਦੱਸਦਾ ਤੁਹਾਨੂੰ ਮਜ਼ੇਦਾਰ ਗੱਲ, 2012 ਦੇ ਵਿੱਚ ਨੇਲਸ ਦੇ ਉੱਤੇ ਲੈਟਰ ਬਾਕਸ ਬੜਾ ਪ੍ਰਿੰਟ ਫੇਮਸ ਹੋਇਆ ਸੀਗਾ। ਇਲੈਕਸ਼ਨ ਕੈਂਪੇਨ ਦੇ ਦੌਰਾਨ ਇੱਕ ਲੇਡੀਜ਼ ਦੇ ਨੇਲਸ ਦੇ ਉੱਤੇ ਲੈਟਰ ਬਾਕਸ ਬੜਾ ਫੇਮਸ ਪ੍ਰਚਲਿਤ ਹੋਇਆ ਸੀ। ਉਦੋਂ ਸੋਸ਼ਲ ਮੀਡੀਆ ਹਜੇ ਬਹੁਤ ਘੱਟ ਸੀਗਾ। ਉਹ ਵੀ ਸਤਿਕਾਰਯੋਗ ਟੀਚਰ ਬੀਬੀ ਪਰਮਜੀਤ ਕੌਰ ਜੀ ਨੇ ਆਪਣੇ ਨੇਲਸ ਦੇ ਉੱਤੇ ਲੈਟਰ ਬਾਕਸ ਬਣਾਇਆ ਸੀ। ਮਤਲਬ 2012 ਤੋਂ ਵੀ ਸਾਲ 2 ਸਾਲ ਪਹਿਲਾਂ ਦੀ ਜਾਣਕਾਰੀ, ਦੁੱਗਰੀ ਸਰਕਾਰੀ ਜਿਹੜਾ ਸਕੂਲ ਹੈਗਾ ਪਿੰਡ ਵਾਲਾ, ਉਹਦੇ 'ਚ ਇਹ ਟੀਚਰ ਹੈਗੇ ਆ। ਠੀਕ ਹੈ ਸਰ, ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਕਿ ਇੰਨੇ ਲੰਬੇ ਸਮੇਂ ਤੋਂ ਤੁਹਾਨੂੰ ਜਾਣਦੇ ਨੇ, ਕਲਵਟ ਸਾਹਿਬ ਵੀ ਤੁਹਾਨੂੰ ਜਾਣਦੇ ਨੇ, ਤੁਸੀਂ ਦੋਸਤ ਰਹੇ ਹੋ, ਤੁਸੀਂ ਕਿਹਾ ਵੀ ਅਸੀਂ ਜਾਣਦੇ ਹਾਂ, ਇਹ ਕੀ ਕਾਰਨ ਬਣ ਜਾਂਦਾ ਹੈ ਜਿਹੜੇ ਤੁਹਾਡੇ ਦੋਸਤ ਹੁੰਦੇ ਨੇ ਤੁਹਾਡੇ ਸਾਹਮਣੇ ਖੜੇ ਹੋ ਜਾਂਦੇ ਨੇ? ਮੈਨੂੰ ਇਉਂ ਲੱਗਦਾ, ਚਲੋ ਜਿਹੜਾ ਤਾਂ ਹੈਗਾ ਸਤਿਕਾਰਯੋਗ ਦੋਸਤ ਕੜਵਲ ਵਾਲਾ, ਉਹ ਤਾਂ ਐਮਐਲਏ ਵਾਸਤੇ ਕਿਸੇ ਵੀ ਹੱਦ ਤੱਕ ਜਾਣਾ ਉਹਦੇ ਲਈ ਸੁਭਾਵਿਕ ਹੈਗਾ ਕਿ ਮੈਂ ਐਮਐਲਏ ਕਿੱਦਾਂ ਬਣਾ। ਨੰਬਰ 1। ਨੰਬਰ 2, ਤੁਹਾਨੂੰ ਇਹ ਦੱਸਣਗੇ ਗਿੱਲ ਸਾਹਿਬ ਕਿ ਇਹਨਾਂ ਨੂੰ ਕਿਹੜਾ ਬੰਦਾ ਆਇਆ ਇਹਨਾਂ ਦੇ ਕੋਲੇ, ਇਹਨਾਂ ਨੂੰ ਕੀ ਕਹਿ ਕੇ ਗਿਆ, ਕੀ ਸੁਣਾ ਕੇ ਗਿਆ ਇਹਨਾਂ ਨੂੰ। ਉਹ ਮੈਸੇਜ ਜਿਹੜਾ ਅੱਜ ਵਾਇਰਲ ਹੋ ਰਿਹਾ, ਇਹਨਾਂ ਕੋਲੇ ਕਿੰਨੇ ਦਿਨ ਪਹਿਲਾਂ ਦਾ ਆਇਆ, ਤੇ ਮੇਰੇ ਨਾਲ ਮੀਟਿੰਗ ਕਰਨ ਵਾਸਤੇ, ਮੇਰੇ ਨਾਲ ਮੀਟਿੰਗ ਕੱਲ ਹੀ ਕਰਨੀ ਆ ਤੁਸੀਂ ਵੀ, ਮੈਂ ਤੁਹਾਡੇ ਨਾਲ ਮੀਟਿੰਗ ਕਿਉਂ ਕਰਾਂ? ਮਿਸਟਰ ਵਿਨਾਇਕ ਕਮ ਹੇਅਰ, ਖੜੇ ਨੇ ਜੀ, ਆ ਜਾਓ ਇੱਧਰ। ਇਹ ਮਿਸਟਰ ਵਿਨਾਇਕ ਕੜਵਲ ਦਾ ਵੀ ਦੋਸਤ ਆ ਤੇ ਮੇਰਾ ਵੀ ਦੋਸਤ ਆ, ਕਾਮਨ ਦੋਸਤ ਹੈਗਾ ਸਾਡਾ। ਇਹਨੂੰ ਪੁੱਛ ਲਓ ਵੀ ਕਿੰਨੇ ਦਿਨਾਂ ਤੋਂ ਬੈਂਸ ਦੇ ਨਾਲ ਮੀਟਿੰਗ ਕਰਾ ਦੇ, ਸਾਡੀ ਇੱਕ ਸਿਟਿੰਗ ਕਰਾ ਦੇ। ਕੜਵਲ ਮੇਰੇ ਨਾਲ ਮੀਟਿੰਗ, ਮੈਂ ਕਿਉਂ ਮੀਟਿੰਗ ਕਰਾਂ? ਤੁਸੀਂ ਮੈਨੂੰ ਮੇਰੇ ਬੱਚਿਆਂ ਦੀਆਂ ਨਿਗਾਹਾਂ ਤੱਕ ਸੁੱਟਣ ਵਾਸਤੇ ਜਾਓ, ਮੈਂ ਤੁਹਾਡੇ ਨਾਲ ਮੀਟਿੰਗ ਕਰਾਂ? ਵਾਏ ਪੁੱਛੋ ਇਹਨਾਂ ਨੂੰ, ਸਵਾਲ ਕਰੋ ਕਿ ਮੈਂ ਜਵਾਬ ਦਿੱਤਾ ਠੋਕ ਕੇ ਨਹੀਂ ਦਿੱਤਾ ਇਹਨਾਂ ਨੂੰ ਜਵਾਬ। ਕੀ ਕਾਰਨ ਹੈ? ਬੈਂਸ ਸਾਹਿਬ ਸਰ, ਪਿੱਛੇ ਤੁਸੀਂ ਲਾਉਣਾ ਸੇਵਾ ਕਰਦੇ ਹੋ ਲੋਕਾਂ ਦੀ, ਤੇ ਹਾਲੀਏ ਦੇ ਵਿੱਚ ਭਾਜੀ, ਇਹ ਤਾਂ ਦੱਸੋ ਮਾੜਾ ਜਿਹਾ, ਇੱਕ ਬੇਟਾ ਨੇ ਜਿਹੜੇ ਗਲਤ ਸ਼ਬਦਾਵਲੀ ਵਰਤਦੇ ਨੇ, ਅਕਾਲੀ ਦਲ ਦੇ ਲੀਡਰ ਨੂੰ ਜਦੋਂ ਕੁੱਟਿਆ ਮਾਰਿਆ, ਉਦੋਂ ਤੁਹਾਡੀ ਵੀਡੀਓ ਬਹੁਤ ਵਾਇਰਲ ਹੋਈ ਕਿ ਬੈਂਸ ਛੋਟੀ ਭੈਣ ਮੇਰੀ ਗੱਲ ਸੁਣੋ, ਇੱਕ ਮਰਿਆਦਾ ਦੀ ਹੱਦ ਹੁੰਦੀ ਆ, ਪ੍ਰੋਟੋਕੋਲਸ ਹੁੰਦੇ ਆ। ਜੇ ਤਾਂ ਮੈਂ ਉਹ ਸਤਿਕਾਰਯੋਗ ਪਾਰਟੀ ਅਕਾਲੀ ਦਲ ਨਾਲ ਸੰਬੰਧਿਤ ਲੀਡਰਾਂ ਦੇ ਕਿਸੇ ਫੰਕਸ਼ਨ ਦੇ ਜਾ ਕੇ ਵਿੱਚ ਉਹਨਾਂ ਦਾ ਖਲਲ ਪਾਇਆ ਹੋਵੇ, ਫਿਰ ਮੈਂ ਦੋਸ਼ੀ ਹੈਗਾ। ਤੁਸੀਂ ਸ਼ਾਇਦ ਵੀਡੀਓ ਸ਼ੁਰੂ ਤੋਂ ਦੇਖ ਲਓ ਤਾਂ ਤੁਹਾਨੂੰ ਸੱਚਾਈ ਆ ਜਾਊਗੀ। ਮੈਂ ਬੜੇ ਹੱਥ ਜੋੜ ਕੇ ਵੀ ਹੁਣ ਤੁਹਾਡਾ ਪ੍ਰੋਟੈਸਟ ਹੋ ਗਿਆ, ਕਾਈਂਡਲੀ ਤੁਸੀਂ ਚਲੇ ਜਾਓ, ਤੁਹਾਡੀ ਖਬਰ ਮੀਡੀਆ ਨੇ ਜਿੱਥੇ ਮੇਰਾ ਉਦਘਾਟਨ ਲਾਉਣਾ ਉੱਥੇ ਤੁਹਾਡਾ ਪੱਖ ਆ ਜਾਣਾ। ਮੈਂ ਬਾਰ-ਬਾਰ ਕਹਿ ਰਿਹਾ, ਗੋਲਵੜੀਆ ਸਾਹਿਬ ਦੇ ਬੇਟੇ ਨੂੰ ਬਾਰ-ਬਾਰ ਕਹਿ ਰਿਹਾ ਵੀ ਬੇਟਾ ਇਦਾਂ ਨਹੀਂ ਕਰੀਦਾ, ਤੇਰੇ ਡੈਡੀ ਨੂੰ ਹਾਰਿਆਂ ਨੂੰ 3-4 ਸਾਲ ਤੋਂ ਵੱਧ ਹੋ ਗਏ, ਜੇ ਤੇਰੇ ਡੈਡੀ ਨੇ ਪਾਸ ਕੀਤੀ ਸੀ ਉਹ ਬਣਾ ਕੇ ਜਾਂਦੇ, ਐਦਾਂ ਨਹੀਂ ਚੰਗਾ ਲੱਗਦਾ। ਤੁਹਾਡਾ ਪ੍ਰੋਟੈਸਟ ਆ ਗਿਆ, ਮੀਡੀਆ ਤੁਸੀਂ ਨਾਲ ਲੈ ਕੇ ਆਓ, ਹੁਣ ਚਲੇ ਜਾਓ। ਜਦੋਂ ਹੱਦ ਬੰਨਾ ਟੱਪਦੇ, ਗਾਲੀ ਗਲੋਚ ਤੇ ਉਤਰਦੇ ਆ, ਤੇ ਫਿਰ ਛੋਟੀ ਭੈਣ, ਮੈਂ ਗਾਂਧੀ ਜੀ ਦਾ ਸਤਿਕਾਰ ਕਰਦਾ ਪਰ ਮੈਂ ਉਪਾਸ਼ਕ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ। ਫਿਰ ਇੱਟ ਦਾ ਜਵਾਬ ਪੱਥਰ 'ਚ ਦੇਣਾ ਮੈਨੂੰ ਆਉਂਦਾ ਹੈ। ਮੈਂ ਉਦੋਂ ਚੁੱਪ ਕਰੂੰਗਾ ਜਦੋਂ ਰਾਜਨੀਤੀ ਮੇਰੇ ਵਾਸਤੇ ਧੰਦਾ ਬਣੂਗੀ। ਨਹੀਂ ਮੈਂ ਲਿਟਰਲੀ ਗਾਲਾਂ ਖਾ ਸਕਦਾ ਕਿ ਮੇਰੇ ਪ੍ਰੋਗਰਾਮ 'ਚ ਆ ਕੇ ਕੋਈ ਬੰਦਾ ਮੈਨੂੰ ਗਾਲਾਂ ਕੱਢੇ, ਮੈਂ ਉਹਨਾਂ ਦੇ ਪ੍ਰੋਗਰਾਮ 'ਚ ਜਾ ਕੇ ਕੋਈ ਖਲਲ ਪਾਈ ਹੋਵੇ, ਮੈਂ ਮਰਿਆਦਾ ਦਾ ਉਲੰਘਣ ਕੀਤਾ ਹੋਵੇ,
ਮੈਂ ਪ੍ਰੋਟੋਕੋਲ ਵੇ ਨਾ ਕੀਤੇ ਹੁਣ, ਫਿਰ ਮੈਂ ਦੋਸ਼ੀ ਸੀਗਾ, ਮੈਂ ਗਿਲਟੀ ਸੀਗਾ। ਕੜਵਲ ਕਿਉਂ ਮੀਟਿੰਗ ਕਰਨਾ ਚਾਹੁੰਦਾ ਜੀ? ਕੜਵਲ ਮੀਟਿੰਗ ਕਿਉਂ ਕਰਨਾ ਚਾਹੁੰਦਾ ਸੀਗਾ ਜੀ? ਇਹ ਹੁਣ ਮੇਰੀ ਗੱਲ ਸਮਝ ਲਓ, ਮੈਂ ਤਾਂ ਜਵਾਬ ਦੇ ਦਿੱਤਾ ਇਹਨਾਂ ਨੂੰ, ਮੈਂ ਤਾਂ ਕਹਿ ਦਿੱਤਾ ਵੀ ਮੈਂ ਨਹੀਂ ਮੀਟਿੰਗ ਕਰਨੀ, ਕਿਸੇ ਹਾਲ 'ਚ ਮੀਟਿੰਗ ਨਹੀਂ ਕਰਨੀ। ਇਸੇ ਮੈਂ ਮੁੱਦੇ ਤੇ ਐਮਐਲਏ ਸਾਹਿਬ ਇੱਕ ਸਵਾਲ ਜੁੜਦਾ ਇਹਦੇ ਨਾਲ, ਜਦੋਂ ਤੁਸੀਂ ਕਹਿੰਦੇ ਹੋ ਵੀ ਵਿਨਾਇਕ ਸਾਹਿਬ ਕਰਵਲ ਸਾਹਿਬ ਤੁਹਾਡੀ ਮੀਟਿੰਗ ਕਰਾਉਣ ਦੀ ਇੱਕ ਜ਼ੋਰ ਪਾ ਰਹੇ ਆ, ਤਾਂ ਦੂਜੇ ਪਾਸੇ ਕਰਵਲ ਸਕੂਲ ਲਲਕਾਰ ਦੇ ਉਦਘਾਟਨ ਕਰਨ ਹੁਣ ਸਿਮਰਜੀਤ ਬੈਂਸ ਕਿੱਦਾਂ ਹੋਊਗਾ? ਮੈਂ ਗਲੀਆਂ ਦੀ ਰਾਜਨੀਤੀ 'ਚ ਜਾਣ ਵਾਲਾ ਨਹੀਂ ਹੈਗਾ, ਮੈਂ ਸਟੇਟ ਪੋਲਿਟਿਕਸ ਕਰਦਾ, ਮੈਂ ਸੂਬੇ ਦੀ ਬਿਹਤਰੀ ਵਾਸਤੇ ਰਾਜਨੀਤੀ ਕਰਦਾ, ਮੈਂ ਉਦਘਾਟਨਾਂ ਦੇ ਪਿੱਛੇ ਲੜਾਈ ਝਗੜੇ ਕਰਨ ਵਾਲਾ ਨਹੀਂ ਦੋਸਤ। ਕੋਈ ਬੰਦਾ ਮੈਨੂੰ ਉੱਥੇ ਕਹੇ ਵੀ ਆ ਜਾ ਤੂੰ, ਕਦੇ ਨਹੀਂ ਜਾਊਂਗਾ ਮੈਂ। ਮੇਰਾ ਸਵਾਲ ਇਹ ਸੀ, ਤੁਹਾਨੂੰ ਲਲਕਾਰਨਗੇ ਕਿਉਂ ਜੇ ਤੁਹਾਨੂੰ ਮੀਟਿੰਗ ਲਈ ਸੱਦੇ ਦੇ ਦੇਣ? ਜੇ ਤੁਹਾਨੂੰ ਕਰਵਲ ਸਾਹਿਬ ਮੀਟਿੰਗ ਲਈ ਸੱਦੇ ਦੇ ਦੇਣ, ਤੁਹਾਨੂੰ ਲਲਕਾਰ ਕਿਉਂ? ਉਹ ਮੀਟਿੰਗ ਦਾ ਸੱਦਾ ਤੇ ਲਲਕਰੇ ਮਾਰਨੇ, ਲਲਕਰੇ ਤੁਹਾਡੇ ਸਾਹਮਣੇ ਵੱਜਦੇ ਆ, ਤੁਹਾਡੇ ਸਾਹਮਣੇ ਲਲਕਰੇ ਵੱਜਦੇ। ਇਹ ਕੋਈ ਸ਼ਿਖੀ ਨਹੀਂ ਹੁੰਦੀ। ਜਿਹੜਾ ਸੂਝਵਾਨ ਵੋਟਰ ਹੈ ਉਹ ਸਭ ਕੁਝ ਸਮਝਦਾ ਤੇ ਵੋਟਾਂ ਦੇ ਵਿੱਚ ਉਹ ਸਾਰਾ ਨਤਾਰਾ ਵੀ ਕਰਦਾ। ਜਿਹੜੀ ਮੀਟਿੰਗ ਹੈ ਸੀਕ੍ਰੇਟਲੀ ਕਰਨੀ, ਉੱਥੇ ਤੁਸੀਂ ਨਹੀਂ ਨਾ ਹੁੰਦੇ, ਉੱਥੇ ਮੀਟਿੰਗ ਕਰਨੀ ਆ। ਉਹ ਮੀਟਿੰਗ ਦਾ ਏਜੰਡਾ ਵੀ ਸਾਫ਼ ਤੇ ਸਪਸ਼ਟ ਆ। ਉਹ ਦੋਸਤ ਪਹਿਲਾਂ ਤੁਹਾਨੂੰ ਦੱਸੂਗਾ, ਫਿਰ ਇਹ ਦੱਸ ਦੂਗਾ, ਫਿਰ ਇੱਥੇ ਗੱਲ ਆ ਜਾਣੀ ਹੈ। ਮੀਟਿੰਗ ਦਾ ਏਜੰਡਾ ਵੀ ਸਾਫ਼ ਹੋ ਜਾਣਾ ਵੀ ਕਾਹਦੇ ਵਾਸਤੇ ਮੀਟਿੰਗਾਂ ਹੋ ਰਹੀਆਂ ਨੇ। 2 ਤੋਂ 3 ਐਮਐਲਏ ਕਿੱਦਾਂ ਹੋ ਸਕਦੇ ਆ? 2 ਤੋਂ 3 ਐਮਐਲਏ ਕਿੱਦਾਂ ਹੋ ਸਕਦੇ ਆ? ਲਾਸਟ ਕਦੋਂ ਜਿਹੜੇ ਮੈਡਮ ਹੁਣ ਇਲਜ਼ਾਮ ਲਗਾ ਰਹੇ ਆ ਤੁਹਾਡੀ ਲਾਸਟ ਇਹਨਾਂ ਨਾਲ ਮੇਰੇ ਕੋਟ ਮੰਗਲ ਸਿੰਘ ਦਫ਼ਤਰ ਆਏ ਤਕਰੀਬਨ ਕੋਈ 6-7 ਮਹੀਨੇ ਪਹਿਲਾਂ। ਕੋਟ ਮੰਗਲ ਦਫ਼ਤਰ ਆਏ, ਸਾਡੇ ਸ਼ਿਮਲਾਪੁਰੀ ਕੁਆਲਿਟੀ ਚੌਂਕ ਦੇ ਵਿੱਚ ਮਿਸਟਰ ਅਜੇ ਕੁਮਾਰ ਹੈਗਾ, ਉਹਦਾ ਤੇ ਉਹਦੇ ਭਰਾ ਦਾ ਪ੍ਰਾਪਰਟੀ ਡਿਸਪਿਊਟ ਚੱਲਦਾ। ਮੈਂ ਅਜੇ ਨੂੰ ਅਰਸੇ ਤੋਂ ਜਾਣਦਾ, ਸਾਡਾ ਸਪੋਰਟਰ ਆ। ਮੈਨੂੰ ਨਹੀਂ ਸੀ ਪਤਾ ਵੀ ਉਹਦਾ ਭਰਾ ਧਾਂਦਰਾ ਰੋਡ ਤੇ ਕਿਤੇ ਰੈਂਟ ਤੇ ਰਹਿੰਦਾ ਜਾਂ ਆਪਣੇ ਕਿਸੇ ਛੋਟੇ-ਮੋਟੇ ਘਰ ਤੇ ਰਹਿੰਦਾ। ਇਹ ਮੈਡਮ ਅਜੇ ਦੇ ਭਰਾ ਤੇ ਭਰਜਾਈ ਨੂੰ ਲੈ ਕੇ ਆਏ ਸੀ ਮੇਰੇ ਕੋਲੇ ਲਾਸਟ ਟਾਈਮ। ਫਿਰ ਇੱਕ ਦਿਨ ਇਹਨਾਂ ਦੀ ਮੈਂ WhatsApp ਕਾਲ, ਕਈ ਵਾਰੀ ਪਤਾ ਨਹੀਂ ਲੱਗਦਾ, ਇਹਨਾਂ ਦੀ ਮੈਨੂੰ WhatsApp ਕਾਲ ਵੀ ਆਈ ਹੋਈ ਸੀ। ਸਤਿ ਸ੍ਰੀ ਅਕਾਲ ਆਈ, ਮੈਂ ਸਤਿ ਸ੍ਰੀ ਅਕਾਲ ਦਾ ਜਵਾਬ ਵੀ ਦੇ ਦਿੱਤਾ, ਜਿਹੜਾ ਕਿ ਫੋਨ ਦੇ ਵਿੱਚ ਹਜੇ ਵੀ ਮੌਜੂਦ ਆ। ਹੁਣ ਹੋਰ ਸੁਣ ਲਓ, ਕੱਲ ਸਵੇਰੇ ਮੈਂ ਜਿਹੜੇ ਆਤਮਨਗਰ ਤੇ ਦੱਖਣੀ ਹਲਕੇ ਦੇ ਇੰਪੋਰਟੈਂਟ ਜਿੱਥੇ ਮਾਤੜ ਲੋਕ ਰਹਿੰਦੇ ਆ, ਹੁਣ ਸਕੂਲ ਅਪਗ੍ਰੇਡ ਕਰਨੇ ਆ ਸਰਕਾਰ ਨੇ। ਮੈਂ 5 ਸਕੂਲਾਂ ਦੀ, 3 ਦੱਖਣੀ ਦੇ ਤੇ 2 ਆਤਮਨਗਰ ਦੇ, ਮੈਂ 5 ਸਕੂਲਾਂ ਦੀ ਡਿਟੇਲ ਇਕੱਠੀ ਕਰ ਰਿਹਾ ਸੀ ਵੀ ਜਗ੍ਹਾ ਕਿੰਨੀ, ਜਿਹੜੇ ਅਪਗ੍ਰੇਡ ਕਰਾਉਣੇ ਆ, ਕਮਰੇ ਕਿੰਨੇ ਆ, ਬੱਚਿਆਂ ਦੀ ਸਟਰੈਂਥ ਕਲਾਸ ਵਾਈਜ਼ ਕਿੰਨੀ ਆ। ਮੈਂ ਸਵੇਰੇ ਮੇਰੇ ਪੀਏ ਨੂੰ ਇਹ ਗੱਲ ਕਹੀ, ਗੋਗੀ ਨੂੰ, ਵੀ ਤੂੰ ਮੈਡਮ ਨੂੰ ਫੋਨ ਕਰਕੇ ਕਹੀਂ ਵੀ ਉਹ ਜਾਣਕਾਰੀ ਜ਼ਰੂਰ ਤੈਨੂੰ ਦੇ ਜਾਣ ਜਾਂ ਦਫ਼ਤਰ ਨੋਟ ਕਰਾ ਜਾਣ। ਸੁਣ ਲਓ ਗੱਲ, ਉਹ ਨਹੀਂ ਆਏ ਮੇਰੇ ਕੋਲੇ, ਉਹ ਨਹੀਂ ਆਏ ਮੇਰੇ ਕੋਲੇ। ਐਂਡ ਸੁਖਵਿੰਦਰ ਸਿੰਘ ਦਮਦਮਾ ਸਾਹਿਬ ਦੁਗਰੀ ਦੇ ਵਿੱਚ ਗੁਰਦੁਆਰਾ, ਉਹਦੇ ਪ੍ਰਧਾਨ, ਤੇ ਸਕੂਲ ਦਾ ਕਾਰੋਬਾਰ ਕੰਮਕਾਰ ਵੀ ਸਾਰਾ ਉਹੀ ਦੇਖਦੇ ਆ। ਫਿਰ ਗੋਗੀ ਸ਼ਾਮ ਨੂੰ ਉਹਨਾਂ ਨੂੰ ਫੋਨ ਕਰਕੇ ਕਹਿੰਦਾ ਵੀ ਭਾਜੀ ਮੈਂ ਮੈਡਮ ਨੂੰ ਫੋਨ ਕੀਤਾ ਸੀ, ਉਹ ਆਏ ਨਹੀਂ, ਕਾਈਂਡਲੀ ਤੁਸੀਂ ਮੈਨੂੰ ਸਾਰੀ ਜਾਣਕਾਰੀ ਦੇ ਜਾਓ, ਤੁਹਾਡੇ ਕੋਲੇ ਵੀ ਤੁਸੀਂ ਪ੍ਰਧਾਨ ਹੋ ਸਕੂਲ ਦੇ। ਉਹਨਾਂ ਨੇ ਕਿਹਾ ਵੀ ਮੇਰੇ ਕੋਲੇ ਜਿਹੜਾ ਅਸੀਂ ਹਾਈ ਕੋਰਟ ਕੇਸ ਜਿੱਤੇ ਉਹਦੀ ਕਾਪੀ ਵੀ ਹੈਗੀ ਆ, ਪਰ ਬੱਚਿਆਂ ਦੀ ਗਿਣਤੀ ਮੈਂ ਸਕੂਲ ਤੋਂ ਹੀ ਲੈ ਕੇ ਆਉਂਗਾ। ਸੋ ਮੇਰੇ ਮਨ ਦੇ ਵਿੱਚ ਦੋਸਤ, ਮੈਂ ਫੇਰ ਕਹਿੰਦਾ ਕਿ ਮੈਂ ਸਤਿਕਾਰ, ਰਿਸਪੈਕਟ ਐਜ਼ ਏ ਪਰਿਵਾਰਕ ਮੈਂਬਰ, ਭੈਣਾਂ ਤੋਂ ਵੱਧ ਕੇ ਇੱਜ਼ਤ ਤੇ ਮਾਣ ਦਿੱਤਾ। ਅੱਜ ਕਿਹੜੀ ਮਜਬੂਰੀ ਹੈਗੀ ਆ, ਉਹ ਲੋਕ ਜਿਨ੍ਹਾਂ ਦੀ ਗੱਲ ਐਡਵੋਕੇਟ ਤੁਹਾਨੂੰ ਗਿੱਲ ਦੱਸੂਗਾ, ਹੋ ਸਕਦਾ ਕਿ ਉਹਨਾਂ ਨੂੰ ਵੀ ਬਲੈਕਮੇਲ ਕਰਨ ਵਾਸਤੇ ਉਹਨਾਂ ਦਾ ਵੀ ਕੁਝ ਨਾ ਕੁਝ ਬਣਾ ਕੇ ਰੱਖਿਆ ਹੋਵੇ। ਉਹ ਵੀ ਇਹੀ ਕਹਿੰਦੇ ਕਿ ਇੱਕ ਦਿਨ ਪਹਿਲਾਂ ਤੁਹਾਡੇ ਪੀਏ ਵੱਲੋਂ ਬਾਰ-ਬਾਰ ਫੋਨ ਕਰਕੇ ਉਹਨਾਂ ਨੂੰ ਬੁਲਾਇਆ ਗਿਆ। ਤੁਸੀਂ ਸਵਾਲ ਨਹੀਂ ਕੀਤਾ, ਮੈਂ ਤਾਂ ਪਹਿਲਾਂ ਐਲੈਬੋਰੇਟ ਕਰ ਦਿੱਤਾ। ਤੁਹਾਡਾ ਦੂਜਾ ਸਵਾਲ ਸੀ, ਮੈਂ ਪਹਿਲਾਂ ਉਹਦੀ ਤੁਹਾਨੂੰ ਸਾਰੀ ਵਿਆਖਿਆ ਦੇ ਵਰਣਨ ਕਰ ਦਿੱਤਾ। ਮੇਰੇ ਮਨ ਦੇ ਵਿੱਚ ਕੋਈ ਸ਼ੰਕਾ ਪਾਪ ਹੁੰਦਾ ਤੇ ਮੈਂ ਗੱਲਾਂ ਲੁਕੋ ਕੇ ਜਵਾਬ ਦਿੰਦਾ। ਮੈਂ ਓਪਨਲੀ ਬੈਠਣ ਲੱਗਿਆ ਕਿਹਾ ਕਿ ਜਿਹੜੇ ਤੁਹਾਡੇ ਮਨ ਦੇ ਵਿੱਚ ਸਵਾਲ ਹੈਗੇ, ਮੇਰੇ ਤੋਂ ਸਾਰੇ ਸਵਾਲ ਪੁੱਛੋ, ਤਾਂ ਜੋ ਕਿਸੇ ਦੇ ਮਨ ਦੇ ਅੰਦਰ ਕੋਈ ਕੰਫਿਊਜ਼ਨ ਨਾ ਰਹੇ। ਜਿਹੜੇ ਇਲੈਕਸ਼ਨ ਹੈ ਵਿਕਾਸ ਦੀ ਬਜਾਏ ਬਲਾਤਕਾਰ ਦੇ ਮੁੱਦੇ ਤੇ ਲੜਨ ਜਾ ਰਹੇ ਲੜ ਲੈਣ, ਮੈਂ ਤਾਂ ਕਹਿੰਦਾ ਲੜਨ। ਕਾਬਲ ਦੇ ਜੰਮਿਆਂ ਨੂੰ ਨਿਤ ਮਹਿਮਾ, ਮੈਨੂੰ ਬਲਾਤਕਾਰੀ ਨਹੀਂ, ਬਲਾਤਕਾਰੀ ਦੇ ਨਾਲ ਚਿੱਟਾ ਵੇਚਣ ਵਾਲਾ ਤੁਸੀਂ ਗਵਾਹ ਹੋ। ਤੁਸੀਂ ਕਵਰ ਕਰਨ ਗਏ ਸੀ, ਉਹ ਮੇਰੀ ਫੈਕਟਰੀ ਦੇ ਨਾਲ ਇੱਕ ਜ਼ਮੀਨ ਮਾਲਕ ਨੂੰ ਖੜਾ ਕੀਤਾ MP 2019 ਦੀ ਇਲੈਕਸ਼ਨ ਦੇ ਵਿੱਚ ਵੀ ਇਹ ਜ਼ਮੀਨਾਂ ਜਾਇਦਾਦਾਂ ਦਾ ਪਤਾ। ਵਿਧਾਨ ਸਭਾ ਦੇ ਵਿੱਚ ਮਜੀਠੀਏ ਹੋਣੀ ਮੈਨੂੰ ਬਿਜਲੀ ਚੋਰ ਤੇ ਟੈਕਸ ਚੋਰ ਕਹਿੰਦੇ ਸੀਗੇ। ਇਹ ਸਾਰੇ ਮੁੱਦਿਆਂ ਦੇ ਉੱਤੇ ਇਲੈਕਸ਼ਨ ਲੜਨ। ਲੋਕ ਇਹਨਾਂ ਨੂੰ ਕੀ ਰਿਸਪੌਂਡ ਕਰਦੇ ਆ, ਉਹ ਮਸ਼ੀਨਾਂ ਖੁੱਲਣ ਤੋਂ ਬਾਅਦ ਪਤਾ ਲੱਗੂਗਾ। ਸਰ ਤੁਸੀਂ ਮੈਡਮ ਨਾਲ ਗੱਲਬਾਤ ਕੀਤੀ ਹੈ ਜੋ ਉਹਨਾਂ ਨੇ ਫਾਈਲ ਦਰਜ ਕੀਤੀ? ਨਹੀਂ, ਮੈਂ ਨਹੀਂ ਕੀਤੀ। ਨਹੀਂ। ਤੇ ਹੁਣ ਅਗਲੀ ਕਾਰਵਾਈ ਤੁਸੀਂ ਕੀ ਕਰੋਗੇ? ਮੈਂ DGP ਨੂੰ ਲਾਜ਼ਮੀ ਮਿਲੂੰਗਾ, ਤੁਹਾਨੂੰ ਅਸੀਂ ਦਿਖਾਉਣ ਲੱਗੇ ਆ ਵੀ ਮੈਸੇਜ ਕਿੱਦਾਂ ਬਣਦੇ ਆ। ਜਲਦੀ ਉਹਨਾਂ ਤੋਂ ਮੈਂ ਟਾਈਮ ਲੈ ਕੇ ਵੈਰੀ ਸ਼ਾਰਟ ਟਾਈਮ ਜਾਊਂਗਾ। ਨੈਵਰ ਨੈਵਰ ਨੈਵਰ
ਮੈਂ ਲੋਕ ਹਾਂਜੀ ਮੈਂ ਲੋਕ ਇਨਸਾਫ ਪਾਰਟੀ ਲੀਗਲ ਸੈੱਲ ਦਾ ਪ੍ਰੈਜ਼ੀਡੈਂਟ ਹਾਂ। ਮੈਂ ਲੋਕ ਇਨਸਾਫ ਪਾਰਟੀ ਦੇ ਲੀਗਲ ਸੈੱਲ ਦਾ ਪ੍ਰੈਜ਼ੀਡੈਂਟ ਹਾਂ ਜੀ, ਮਨਵੀਰ ਗਿੱਲ। ਹਾਂਜੀ ਇੱਕ ਮਿੰਟ, ਸਾਰੇ ਚੁੱਪ ਕਰਨਗੇ ਤਾਂ ਉਹ ਬੋਲਣਗੇ ਪਲੀਜ਼। ਹੁਣ ਜੇ ਮੈਸੇਜ ਦੀ ਗੱਲ ਤੁਸੀਂ ਮੇਰੇ ਤੋਂ ਪੁੱਛਣੀ ਚਾਹੋ, ਸਿਰਫ ਇੱਕ ਨਾਮ ਉੱਤੇ ਲਿਖ ਦਿਓ, ਕਿਸੇ ਦਾ ਵੀ ਲਿਖ ਦਿਓ, ਮੈਂ ਹੁਣ ਵੀ ਤੁਹਾਨੂੰ ਭੇਜ ਸਕਦਾ ਤੁਹਾਡਾ ਨਾਮ ਲਿਖ ਕੇ। ਤੇ ਉਹਦੇ ਦੀ ਭਾਸ਼ਾ ਤਾਂ ਤੁਸੀਂ ਦੇਖ ਹੀ ਲਈ ਹੈ ਕਿ 31 ਮਈ ਨੂੰ ਮੈਨੂੰ ਦੇਤੀ ਸੀ ਕਿ ਸਾਡੀ ਇਹਨਾਂ ਨਾਲ ਸਿਟਿੰਗ ਕਰਾ ਦਿਓ, ਕਿ ਸਾਡਾ ਇਹਨਾਂ ਨਾਲ ਪੈਚਅਪ ਕਰਾ ਦਿਓ, ਜਿਹਦਾ ਕਿ ਮੇਰੇ ਕੋਲ ਰਿਸਪੌਂਸ ਵੀ ਆਇਆ ਹੈ ਨੈਵਰ। ਉਹ ਵੀ ਮੇਰੇ ਕੋਲ ਮੈਸੇਜ ਹੈਗਾ ਬਾਈ ਜੀ ਦਾ ਨੈਵਰ ਦਾ, ਕਿ ਮੈਂ ਕਿਹਾ ਭਾਜੀ ਇਹ ਹਰ ਵਾਰੀ ਤੀਜੇ ਦਿਨ ਕੋਈ ਨਾ ਕੋਈ ਝੂਠ ਪਲੰਦਾ ਖੋਲ ਲੈਂਦੇ ਨੇ, ਇਹਨਾਂ ਚੰਗਾ ਕਿ ਆਪਾਂ ਇਹਨਾਂ ਨਾਲ ਬੈਠ ਕੇ ਇਹਨਾਂ ਨੂੰ ਕਹਿ ਹੀ ਦਈਏ। ਇਹਨਾਂ ਦਾ ਅੱਗੋਂ ਮੇਰੇ ਕੋਲ ਮੈਸੇਜ ਹੈ ਨੈਵਰ, ਕਿ ਮੈਂ ਨਹੀਂ ਕਦੇ ਵੀ ਇਹੋ ਜਿਹੇ ਲੋਕਾਂ ਨਾਲ ਬਹਿਣਾ ਚਾਹੁੰਦਾ। ਇਹ ਲੋਕਾਂ ਦਾ ਜਿਹੜੇ ਲੋਕ ਇਹਦੇ ਪਿੱਛੇ ਨੇ ਉਹਨਾਂ ਕੋਲ ਧੰਦਾ ਹੈ, ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ। ਹੁਣ ਮੇਰੇ ਦਫ਼ਤਰ ਦੇ ਵਿੱਚ, ਆਫਿਸ ਦੇ ਵਿੱਚ ਮੇਰੇ ਕੋਲ 400 ਪਰਚੀਆਂ ਹੋਣੀਆਂ ਨੇ ਜਿਹੜੀਆਂ ਹੈਲਪ ਦੀਆਂ ਭਾਜੀ ਨੇ ਲਿਖ ਕੇ ਭੇਜੀਆਂ। ਮੈਂ ਕਦੇ ਉਹ 'ਚ ਦੇਖਿਆ ਨਹੀਂ ਕਿ ਭਾਜੀ ਨੇ ਉਹ ਲੇਡੀ ਦੀ ਭੇਜੀ ਹੈ ਕਿ ਬੰਦੇ ਦੀ ਭੇਜੀ ਹੈ ਕਿ ਬੱਚੇ ਦੀ ਭੇਜੀ ਆ। ਉਹਦੇ ਵਿੱਚ ਨਾਲ ਇਹ ਵੀ ਲਿਖਿਆ ਹੁੰਦਾ, ਮਨਵੀਰ ਟਾਈਪਿੰਗ ਦੀ ਵੀ ਪੈਸੇ ਨਹੀਂ ਲੈਣੇ, ਗਰੀਬ ਹੈ। ਤੇ ਮਨਵੀਰ ਨੇ ਕਦੇ ਭਾਜੀ ਨੂੰ ਦੁਬਾਰਾ ਫੋਨ ਨਹੀਂ ਕੀਤਾ, ਅਸੀਂ ਉਸ ਲੇਡੀ ਦੀ ਮਦਦ ਕਰੀ ਦੀ ਆ। ਹੁਣ ਉਹ ਕਿੰਨੀਆਂ ਕੁ ਲੇਡੀਜ਼ ਆਈਆਂ ਨੇ ਸਾਡੇ ਕੋਲ ਸਾਨੂੰ ਤਾਂ ਪਤਾ ਨਹੀਂ, ਤੇ ਕੱਲ ਨੂੰ ਕਿਸੇ ਤੇ ਵੀ ਐਲੀਗੇਸ਼ਨ ਲੱਗ ਸਕਦਾ ਆਫਿਸ 'ਚ ਬੈਠੇ ਕਿ ਆਫਿਸ ਦੇ ਵਿੱਚ ਇਹ ਗੱਲ ਕੀਤੀ ਆ। ਐਲੀਗੇਸ਼ਨ ਦਾ ਕੋਈ ਪ੍ਰੂਫ ਤਾਂ ਹੋਵੇ। ਪਿਛਲੀ ਵਾਰ ਇਹ ਉਹੀ ਵਕੀਲ ਆਉਣਗੇ ਇਸ ਲੇਡੀ ਦੇ ਪਿੱਛੇ ਵੀ ਜਿਹੜੇ ਪਿਛਲੀ ਲੇਡੀ ਦੇ ਵੇਲੇ ਸੀਗੇ, ਗੁਰਦੀਪ ਕੌਰ ਦੇ ਵੇਲੇ। ਪਹਿਲਾਂ ਕਹਿੰਦੇ ਸੀ ਅਸੀਂ ਕੁਝ ਨਹੀਂ ਕੀਤਾ, ਅਸੀਂ ਕੋਈ ਸਹਾਇਤਾ ਨਹੀਂ ਕੀਤੀ, ਬਾਅਦ ਦੇ ਵਿੱਚ ਹੌਲੀ ਕੋਰਟਾਂ ਦੇ ਵਿੱਚ ਬਹਿਸਾਂ ਉਹੀ ਵਕੀਲ ਕਰਦੇ ਸੀ। ਔਰ ਇਹ ਵੀ ਮੰਨੇ ਨੇ ਆਪਣੀ ਵੀਡੀਓ ਦੇ ਵਿੱਚ, ਜਿਹੜਾ ਡੀਐਸਪੀ ਜਿਹੜਾ ਹੈਗਾ ਸਸਪੈਂਡਡ ਜਿਹਾ, ਕਿ ਇਹਦੀ ਅਸੀਂ ਪੈਸਿਆਂ ਦੀ ਵੀ ਮਦਦ ਕਰਦੇ ਹਾਂ। ਉਹ ਵੀ ਰਿਕਾਰਡਿੰਗ ਉਹਦੇ ਸੋਸ਼ਲ ਮੀਡੀਆ ਦੇ ਉੱਤੇ ਇੰਟਰਵਿਊ ਲਈ ਸੀ ਸਿੱਖ ਚੈਨਲ ਵਾਲਿਆਂ ਨੇ, ਉਹਦੇ 'ਚੋਂ ਕਹਿੰਦੇ ਪਿਆ, ਜਦੋਂ ਖੁਦ ਹੀ ਮੰਨਦੇ ਆ ਕਿ ਅਸੀਂ ਫੰਡਿੰਗ ਵੀ ਕਰ ਰਹੇ ਹਾਂ। ਵਕੀਲ 5-5 ਲੱਖ ਦੇ ਹਾਈ ਕੋਰਟ ਦੇ ਵਿੱਚ ਕਰ ਰਿਹਾ, ਜਿਹੜੀ ਲੇਡੀ ਕਹਿ ਰਹੀ ਹੈ ਕਿ ਮੇਰਾ 25,000 ਦਾ ਡਿਸਪਿਊਟ ਆ, ਵਕੀਲ 5 ਲੱਖ ਦਾ ਕਰਦੇ ਆ। ਇਹ ਸੋਚਣ ਵਾਲੀ ਗੱਲ ਆ ਕਿ ਇੰਨਾ ਪੈਸਾ ਕਿੱਥੋਂ ਆ ਰਿਹਾ। ਇਹ ਫੰਡਿੰਗ, ਔਰ ਆਪ ਮੰਨਦੇ ਆ ਫੰਡਿੰਗ ਕੀਤੀ। ਇਹ ਲੇਡੀ ਦੇ ਪਿੱਛੇ ਵੀ ਉਹੀ ਵਕੀਲ ਆਣਗੇ, ਉਹੀ ਐਮਐਲਏ ਹਾਰੇ ਹੋਏ ਜਿਨ੍ਹਾਂ ਨੂੰ ਲਿਖ ਦਿੰਦੇ ਐਮਐਲਏ। ਮੈਨੂੰ ਪਹਿਲਾਂ ਬਣੋ ਤਾਂ ਸਹੀ ਐਮਐਲਏ, ਮੇਰੇ ਹੁਣ ਵਿਸ਼ਾ ਨਹੀਂ, ਮੈਂ ਵਕੀਲ ਹਾਂ। ਪਰ ਦੁੱਖ ਲੱਗਦਾ ਜਦੋਂ ਮੇਰੇ ਵੱਡੇ ਭਰਾ ਤੇ ਇਹੋ ਜਿਹਾ ਇਲਜ਼ਾਮ ਲੱਗਦਾ, ਜਿਹਦੇ ਨਾਲ ਮੈਨੂੰ 8 ਸਾਲ ਹੋ ਗਏ। ਸਾਡੇ ਘਰੇ ਵੀ ਵੀਰ ਆਉਂਦਾ, ਸਾਡੇ ਵਾਈਫ ਆ। ਜੇ ਇਹੋ ਜਿਹਾ ਕਰੈਕਟਰ 8 ਸਾਲ 'ਚ ਸਾਨੂੰ ਪਤਾ ਹੀ ਨਹੀਂ ਲੱਗਦਾ। ਸਾਡੀਆਂ ਭੈਣਾਂ ਦੀਆਂ ਫੋਟੋਆਂ ਨੇ ਸਾਡੇ ਫੇਸਬੁੱਕ ਦੇ ਉੱਤੇ। ਇਹੋ ਜਿਹੇ ਬੰਦੇ ਨੂੰ ਤੁਸੀਂ ਦੱਸੋ, ਜੇ ਕੋਈ ਇਹੋ ਜਿਹਾ ਬੰਦਾ ਤੁਸੀਂ ਆਪਣੀਆਂ ਭੈਣਾਂ ਮਾਵਾਂ ਦੇ ਨਾਲ ਖੜਾ ਕਰ ਲਓਗੇ? ਜਦੋਂ ਇਲੈਕਸ਼ਨ ਆਉਂਦੀ ਆ, ਬੈਠਣ ਨੂੰ ਬਲੈਕਮੇਲ ਕਰਨ ਲਈ ਕਿ ਬਾਈ ਜੀ ਬਿਠਾ ਦਿਓ। ਮੈਨੂੰ ਇਕੱਲੇ ਨੂੰ ਨਹੀਂ ਆਉਂਦਾ, ਜਿਹੜੇ ਬੰਦੇ ਬਾਈ ਦੇ ਨਾਲ ਖਾਸ ਨੇ ਉਹਨਾਂ ਨੂੰ ਸਾਰਿਆਂ ਨੂੰ ਆਉਂਦੇ ਆ, ਵਿਨਾਇਕ ਜੀ ਨੂੰ ਵੀ ਆਉਂਦੇ ਆ, ਬਿਠਾ ਦਿਓ। ਫਿਰ ਜੇ ਇੰਨਾ ਹੀ ਮਾੜਾ, ਫਿਰ ਕਿਉਂ ਕਹਿੰਦੇ ਹੋ ਬਿਠਾ ਦਿਓ? ਕਿਉਂ ਕਹਿੰਦੇ ਹੋ ਗੱਲ ਕਰਾ ਦਿਓ? ਪ੍ਰੂਫ ਨੇ ਸਾਡੇ ਕੋਲ ਜਿਹੜੇ ਇਹਦੇ 'ਚ ਕਹਿੰਦੇ ਨੇ ਸਾਨੂੰ ਬਿਠਾ ਦਿਓ। ਦਿਖਾ ਵੀ ਦਊਂ। ਗੱਲ ਕਰਨ ਦਾ ਮਤਲਬ ਕੀ, ਉਹ ਕਿਉਂ ਕਹਿੰਦੇ ਨੇ? ਇੱਕ ਬੰਦਾ ਕਾਲੀਆਂ 'ਚੋਂ ਵੀ ਇਲੈਕਸ਼ਨ ਲੜ ਲਓ, ਹਾਰ ਮਿਲੀ, ਕਾਂਗਰਸ ਤੋਂ ਵੀ ਲੜ ਲਓ, ਹਾਰ ਮਿਲੀ। ਫਿਊਚਰ ਵੀ ਕੋਈ ਨਾਂ ਦੀ ਚੀਜ਼ ਹੁੰਦੀ ਆ। ਬੈਂਸ ਸਾਹਿਬ ਦੇ ਐਮਪੀ ਇਲੈਕਸ਼ਨ ਦਾ ਕੋਟਾ ਕੱਢ ਲਓ, ਹਰ ਥਾਂ ਤੇ 25,000 30,000 ਵੋਟ ਹੈਗੀ ਆ। ਐਮਐਲਏ ਬਣਨ ਦਾ ਸ਼ੌਂਕ ਆ, ਕਿਉਂਕਿ ਜਦੋਂ ਵੀ ਬਰਥਡੇ ਦਾ ਕੇਕ ਕੱਟਦੇ ਆਪਾਂ ਐਮਐਲਏ ਲਿਖਦੇ ਆ, ਐਮਐਲਏ ਬਣਾਂਗੇ ਤਾਂ ਕੱਟਾਂਗੇ। ਮੈਂ ਅੱਜ ਐਡਵੋਕੇਟ ਜਨਰਲ ਲਿਖ ਲਵਾਂ, ਹੈਗਾ ਲੋਕ ਇਨਸਾਫ ਪਾਰਟੀ ਦਾ ਪ੍ਰੈਜ਼ੀਡੈਂਟ, ਸੁਪਨਾ ਹਰ ਕੋਈ ਦੇਖਦਾ। ਸੋਲਿਸਿਟਰ ਜਨਰਲ ਲਿਖ ਲੈਣਾ, ਉਹਦੇ ਨਾਲ ਬਣ ਤਾਂ ਨਹੀਂ ਮੈਂ ਜਾਊਂਗਾ, ਪਰ ਉਹਦੇ ਲਈ ਚਾਲਾਂ ਚੱਲੀ ਜਾਵਾਂ, ਇੰਨਾ ਗਿਰ ਜਾਵਾਂ ਕਿ ਆਹ ਬਲਾਤਕਾਰ ਵਾਲੀਆਂ ਗੱਲਾਂ। ਕੀ ਇਹਦੇ ਵਿੱਚ ਮੈਨੂੰ ਪਿਛਲੀ ਵਾਰ ਜਿਹੜਾ ਤੁਸੀਂ ਮੀਡੀਆ ਵਾਲੇ ਵੀਰਾਂ ਨੂੰ ਮੈਂ ਦੱਸੂਗਾ, ਐਲੈਬੋਰੇਟ ਕਰ ਦੇਣਾ ਕੇਸ ਨੂੰ। ਉਹ ਕਹਿੰਦੀ ਮੇਰਾ ਡਿਸਪਿਊਟ ਸੀ ਇੱਕ ਪ੍ਰਾਪਰਟੀ ਡੀਲਰ ਨਾਲ, ਸੀਐਮ ਨੂੰ ਉਹ ਦਰਖਾਸਤ ਦਿੰਦੀ ਆ ਲੇਡੀ, ਮੇਰਾ ਡਿਸਪਿਊਟ ਆ ਪ੍ਰਾਪਰਟੀ ਡੀਲਰ ਨਾਲ, ਮੈਨੂੰ ਬਲਾਤਕਾਰ ਕਰਨ ਦਾ ਉਹ ਮੇਰੇ ਨਾਲ ਸਰੀਰਕ ਸੰਬੰਧ ਬਣਾਉਣ ਦਾ ਦਬਾਅ ਆਉਂਦਾ। ਬਲਾਤਕਾਰ ਵੀ ਨਹੀਂ ਲਿਖਿਆ ਉਹਨੇ, ਔਰ ਸੀਐਮ ਨੂੰ ਇੱਕ ਦਰਖਾਸਤ ਦੇਤੀ ਉਹਨੇ ਉਹੀ ਪ੍ਰਾਪਰਟੀ ਡੀਲਰ ਦੇ ਖਿਲਾਫ। ਉਸ ਤੋਂ ਬਾਅਦ ਦੇ ਵਿੱਚ ਜਦੋਂ ਲੇਡੀ ਬਾਹਰ ਆਈ, ਲੋਕਾਂ ਨੇ ਕੈਪਚਰ ਕੀਤਾ, ਜੋ ਵੀ ਕੀਤਾ ਕਰਕੇ ਫਿਰ ਐਪਲੀਕੇਸ਼ਨ ਦਵਾਈ ਗਈ ਵੀ ਬੈਂਸ ਸਾਹਿਬ ਨੇ ਮੇਰੇ ਨਾਲ ਬਲਾਤਕਾਰ ਕੀਤਾ। ਜੇ ਤੇਰੇ ਨਾਲ ਬੀਜੀ ਬੈਂਸ ਸਾਹਿਬ ਬੀਬੀ ਦੀ ਭੈਣ ਮੇਰੀ ਹੈ, ਤੇਰੇ ਨਾਲ ਕੀਤਾ ਸੀ, ਫਿਰ ਤੂੰ ਪਹਿਲਾਂ ਕਿਉਂ ਨਹੀਂ ਬੋਲੀ ਜਦੋਂ ਤੂੰ ਉਹ ਪ੍ਰਾਪਰਟੀ ਡੀਲਰ ਦੇ ਖਿਲਾਫ ਦਰਖਾਸਤ ਦਿੱਤੀ? ਪ੍ਰਾਪਰਟੀ ਡੀਲਰ ਦੇ ਖਿਲਾਫ ਦਰਖਾਸਤ ਦੇ ਕੇ ਔਰ ਰਾਜੀਨਾਮਾ ਕਰ ਰਹੀ ਆ। ਕਰੈਕਟਰ ਦੇਖ ਲਓ। ਫਿਰ ਇਹ ਲੋਕ ਕਹਿੰਦੇ ਆ ਕਿ ਇਹਨਾਂ ਦੇ ਲੇਡੀਜ਼ ਦਾ ਕਿ ਰਾਈਟ ਪ੍ਰੋਟੈਕਸ਼ਨ ਨਹੀਂ ਹੋ ਰਹੇ, ਪਰਚਾ। ਉਹ ਰਾਜੀਨਾਮਾ ਕਰ ਰਹੀ ਆ ਥਾਣੇ ਦੇ ਵਿੱਚ, ਏਡੀਸੀਪੀ ਤੇਜਾ ਜੀ ਕੋਲ ਜਾ ਕੇ ਲਿਖਤੀ ਰਾਜੀਨਾਮਾ ਕਿ ਮੈਨੂੰ ਗਲਤਫਹਿਮੀ 'ਚ ਦਰਖਾਸਤ ਦੇਤੀ। ਕੋਈ ਮੇਰੀ ਭੈਣ ਇਦਾਂ ਦੇ ਇਲਜ਼ਾਮ ਲਾ ਕੇ ਉਹਨੂੰ ਗਲਤਫਹਿਮੀ ਲੱਗ ਜੂ? ਔਰ ਉਹ ਰਾਜੀਨਾਮਾ ਕਰਨ ਤੋਂ ਬਾਅਦ ਫਿਰ ਉਹਨੂੰ ਚੈਨਲ ਦੁਬਾਰਾ ਚਲਾਇਆ ਜਾਂਦਾ ਵੀ ਮੇਰਾ 3 ਮਹੀਨੇ ਪਹਿਲਾਂ 11 ਵਾਰੀ ਬਲਾਤਕਾਰ ਹੋ ਗਿਆ ਬੈਂਸ ਨਾਲ। ਹੁਣ ਮੈਨੂੰ ਦੱਸੋ ਕਿ ਜੇ ਤੁਸੀਂ ਪਹਿਲਾਂ ਸੀਐਮ ਨੂੰ ਦਰਖਾਸਤ ਦੇ ਰਹੇ ਹੋ, ਉਹੀ ਬੰਦੇ ਬੈਂਸ ਸਾਹਿਬ ਦੇ ਨਾਲ ਰਿਲੇਟ ਕੀਤੇ ਡੀਲਰ, ਕਿ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਤੁਸੀਂ ਉਦੋਂ ਚੁੱਪ ਰਹਿ ਗਏ ਜਦੋਂ ਉਦੋਂ ਤੁਸੀਂ ਫ੍ਰੀ ਸੀਗੇ, ਉਦੋਂ ਤੇ ਬੋਲਦੇ? ਔਰ ਕੋਰਟ ਨੇ, ਹਾਈ ਕੋਰਟ ਨੇ, ਸਾਨੂੰ ਕੋਰਟ ਦਾ ਸਨਮਾਨ ਕਰਨਾ ਚਾਹੀਦਾ। ਇਹ ਮੇਰੇ ਵੀਰ ਨੇ ਇੱਥੋਂ ਕਿਹਾ ਸੀ ਕਿ ਪੁਲਿਸ ਧੱਕਾ ਕਰ ਦਿੰਦੀ ਆ। ਕੋਰਟਾਂ ਹੈਗੀਆਂ ਵੀਰ, 156 ਦਿਨ ਲਾਈ, ਉਹਨੇ ਕੋਈ ਰਿਲੀਫ ਨਹੀਂ ਦਿੱਤਾ।
ਉਹਨੇ ਕਹਿਤਾ ਟ੍ਰੀਟਡ ਐਜ਼ ਅ ਕੰਪਲੇਂਟ ਕੇਸ, ਰਿਵੀਜ਼ਨ ਲਾਤੀ। ਫਿਰ ਇਹਨਾਂ ਨੇ ਹਾਈ ਕੋਰਟ 182 ਚ ਗਏ। ਐਡਾ ਜੇ ਸੀਰੀਅਸ ਨੇਚਰ ਲੱਗਦਾ ਤੇ ਹਾਈ ਕੋਰਟ ਹੁਣ ਨੂੰ ਲੈਂਦੀ ਨਾ ਨੋਟਿਸ, ਉਹਨੇ ਵੀ ਤਰੀਕ 8-9 ਮਹੀਨੇ ਪਾਤੀ। ਇਹ ਕੋਰਟਸ ਬਣੀਆਂ ਸਾਡੇ 'ਚ, ਠੀਕ ਆ। ਪੁਲਿਸ, ਮੈਂ ਕਹਿੰਦਾ ਚਲੋ ਪੁਲਿਸ ਵੀ ਮੁਕੱਦਮਾ ਕਰ ਲਵੇ, ਉਸ ਫਾਈਲ ਦੇ ਉੱਤੇ ਐਡੀ ਬਣਾ ਦਿੰਦੇ ਆ, ਪਰ ਜੇ ਉਹਦੇ ਵਿੱਚ ਕੋਈ ਕਾਗਜ਼ ਹੀ ਨਹੀਂ ਹੋਊਗਾ ਤੇ ਪੁਲਿਸ ਵੀ ਪਰਚਾ ਕਾਤੇ ਦਰਜ ਕਰ ਦੂਗੀ। ਮੇਰੇ ਕੋਲ 500 ਪਰਚੀਆਂ ਨੇ ਜਿਹਦੇ ਵਿੱਚ ਬਾਈ ਜੀ ਨੇ ਲਿਖ ਕੇ ਭੇਜਿਆ ਹੋਇਆ ਹੈਲਪ ਕਰਨ ਦਾ। ਉਹਦੇ ਵਿੱਚ ਹੁਣ ਕੋਈ ਵੀ ਲੇਡੀ ਆ ਜੇ ਮੇਰੇ ਕੋਲ ਕਹਦੇ ਆਫਿਸ ਦੇ ਵਿੱਚ, ਮੇਰੇ ਕੋਲ ਕੀ ਪ੍ਰੂਫ? ਮੈਂ ਹੁਣ ਕੈਮਰੇ ਥੋੜੀ ਲਾਏ ਨੇ ਦਫ਼ਤਰ ਦੇ ਵਿੱਚ। ਮਦਦ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਰੇਪ ਕਰਤਾ। ਜਦੋਂ ਆਇਆ ਉਹਦੀ ਆਡੀਓ ਤੇ ਗੱਲ ਸੁਣਾਈ ਲਾਊਡ ਤੇ। ਲੋ ਜੀ, ਆਹ ਦੇਖੋ ਹੁਣ ਮੈਸੇਜ ਬੈਨ ਸਰ ਜੀ, ਠੀਕ ਹੈ ਜੀ, ਜਿਹੜਾ ਤੁਹਾਡੇ ਕੋਲ ਵਾਇਰਲ ਹੈ। ਮੇਰੇ ਕੋਲ 31 ਮਈ ਦਾ ਆ ਗਿਆ ਸੀ, ਪਰ ਮੈਂ ਵੀਰ ਨਾਲ ਗੱਲ ਨਹੀਂ ਕੀਤੀ। ਮੈਨੂੰ ਪਤਾ ਇਹੋ ਜਿਹੇ ਝੂਠੇ ਇਲਜ਼ਾਮ ਜਦ ਤੱਕ ਇਲੈਕਸ਼ਨਾਂ ਨੇ ਇਹੋ ਜਿਹੇ ਬੜੇ ਲੱਗਣੇ ਨੇ। ਮੈਨੂੰ ਕਹਿੰਦੇ ਆ ਜੀ ਭਾਈ ਜੀ ਇਸ ਲੇਡੀ ਨੂੰ 12 ਲੱਖ ਆਫਰ ਕਰਤਾ, 12 ਲੱਖ ਰੁਪਈਆ। ਫੋਨ ਕੀਤਾ ਉਹਨੇ ਲੇਡੀ ਨਾਲ ਗੱਲ, ਹੈਲੋ ਤੈਨੂੰ ਕਿੰਨੇ ਪੈਸੇ ਆਫਰ ਹੋ ਗਏ? ਉਹ ਕਹਿੰਦੀ ਜੀ 12 ਲੱਖ ਰੁਪਏ। ਓਕੇ ਠੀਕ ਹੈ, ਕੋਈ ਚੱਕਰ ਨਹੀਂ, ਵੱਧ ਮਿਲਣਗੇ ਕੱਟ। ਇਹ ਗੱਲ ਮੈਂ ਸੁਣੀ ਆ, ਮੇਰਾ ਪਰਮਾਤਮਾ ਜਾਣਦਾ। 100 ਸਾਡੇ ਕਿਹਨੇ ਕੀਤੀ ਗੱਲ? ਇਹ ਕੀਤੀ ਪ੍ਰਿੰਕਲ ਨੇ ਤੇ ਉਸ ਲੇਡੀ ਨੇ। ਔਰ ਲੇਡੀ ਦਾ ਨਾਂ ਪਰਮਜੀਤ ਦੱਸਿਆ ਜਾਂਦਾ ਸੀ। ਹੁਣ ਮੈਨੂੰ ਨਹੀਂ ਪਤਾ ਉਹ ਪਰਮਜੀਤ ਹੀ ਸੀ ਕਿ ਕੌਣ ਸੀ, ਪਰ ਇਹ ਕੰਟੈਕਟ 'ਚ ਆ ਉਹਨਾਂ ਦੇ। ਲੈ ਕੇ ਵੀ ਉਹੀ ਗਏ ਨੇ ਕੰਪਲੇਂਟ ਕਰਨ ਜੋ ਪਹਿਲਾਂ ਲੈ ਕੇ ਗਈ। ਮੈਂ ਤੁਹਾਨੂੰ ਕਿਹਾ ਬੰਦੇ ਉਹੀ ਨੇ, ਸੇਮ ਹੀ ਬੰਦੇ। ਉਹਨਾਂ ਕੋਲ ਹੀ ਅੱਜ ਦੂਜੀ ਆਈ ਆ, ਜੇ ਕੱਲ ਨੂੰ ਤੀਜੀ ਕ੍ਰੀਏਟ ਕਰਨ, ਚੌਥੀ ਕ੍ਰੀਏਟ ਇਹੀ ਕਰਨਗੇ, ਕ੍ਰੀਏਟ ਹੀ ਕਰਨਾ ਨਾ। ਔਰ ਉਹਨੂੰ ਕਹਿੰਦੇ ਅੱਛਾ 12 ਲੱਖ ਆਫਰ ਹੋ ਗਿਆ। ਜੇ ਮੈਂ ਚੋਰ ਹੁੰਦਾ ਮੈਂ ਬਾਈ ਨੂੰ ਦੱਸਦਾ, ਜੇ ਮੈਂ ਚੋਰ ਹੁੰਦਾ, ਜੇ ਬਾਈ ਚੋਰ ਹੁੰਦਾ ਮੈਨੂੰ ਕਹਿਣਾ ਸੀ 12 ਹੋ ਗਿਆ ਬਾਈ, ਆਪਾਂ 13 ਦੇ ਕੇ ਗੱਲ ਨਿਬੇੜੀਏ। ਨਾਟ ਈਵਨ ਅ ਸਿੰਗਲ ਪੈਨੀ। ਪਿਛਲੀ ਵਾਰ ਵੀ ਰੌਲਾ ਪਾਇਆ ਗਿਆ, ਸਿਮਰ ਬੈਂਸ ਕਰੋੜ ਦੇ ਰਿਹਾ। ਔਰ ਇੱਕ ਡਾਕੂਮੈਂਟ, ਇੱਕ ਪ੍ਰੂਫ, ਇੱਕ ਕਾਲ ਡਿਟੇਲ ਦਿਖਾਓ ਜਿਹਦੇ ਵਿੱਚ ਕਿਹਾ ਹੋਇਆ ਉਸ ਗੁਰਦੀਪ ਕੌਰ ਨੂੰ 54 ਵੀ ਦੇਣੀ ਆ। ਔਰ ਇਹ ਦੇ ਰਹੇ ਨੇ, ਔਰ ਇਹ ਮੀਡੀਆ ਦੇ ਵਿੱਚ ਬਾਈਟ ਦੇ ਰਹੇ ਨੇ ਕੈਮਰਾ ਦੇ ਉੱਤੇ ਕਿ ਅਸੀਂ ਉਹਦੀ ਮਦਦ ਕਰ ਰਹੇ ਹਾਂ ਲੇਡੀ ਦੀ। ਗੁਰਦੀਪ ਕੌਰ ਦਾ ਇਲਜ਼ਾਮ ਹੈ ਕਿ ਜਿਹੜੇ ਬੈਂਸ ਸਾਹਿਬ ਦੀ ਟੀਮ ਹੈ ਉਹਨਾਂ ਦੇ ਬੇਟੇ ਨੂੰ ਪਰੇਸ਼ਾਨ ਕਰਦੀ ਆ, ਉਹਨਾਂ ਦੇ ਪਾਸਪੋਰਟ ਖੋਹਦੀ ਆ, ਉਹਨਾਂ ਤੇ ਐਲੀਗੇਸ਼ਨ ਲਾਉਂਦੀ ਹੈ। ਕੀ ਖੋਂਦੀ ਆ? ਕੀ ਮਤਲਬ ਉਹਨਾਂ ਦੇ ਬੇਟੇ ਨੂੰ ਤੰਗ ਕੀਤਾ ਜਾ ਰਿਹਾ ਹੈ ਗੁਰਦੀਪ ਕੌਰ ਦਾ। ਇਹਦਾ ਵੀ ਮੈਂ ਇੱਕ ਸਿੰਪਲ ਜਵਾਬ, ਮੇਰੀ ਕੋਰਟ ਹੈ, ਮੈਂ ਕੋਰਟ 'ਚ ਜਾਣਾ, ਮੇਰਾ ਦਫ਼ਤਰ 'ਚ ਵੀ ਕੰਮ ਹੈ, ਪੁਲਿਸ ਦਫ਼ਤਰ। ਮੈਂ ਥੋੜੇ ਦਿਨ ਪਹਿਲਾਂ, ਮੈਂ ਤੁਹਾਨੂੰ ਦੱਸੀ ਨਹੀਂ ਗੱਲ, ਥੋੜੇ ਦਿਨ ਪਹਿਲਾਂ ਮੈਂ ਕੋਰਟ ਗਿਆ ਸੀ। ਕੋਰਟ ਤੋਂ ਬਾਅਦ ਮੈਂ ਪੁਲਿਸ ਦਫ਼ਤਰ ਜਾਣਾ ਸੀ, ਕਮਿਸ਼ਨਰ ਆਫਿਸ। ਮੈਂ ਉਧਰ ਨੂੰ ਗਿਆ ਤੇ ਉਹਦੇ ਬੇਟਾ ਜੀ ਨੇ ਕਿਹਾ ਭਾਜੀ ਤੁਸੀਂ ਇੱਧਰ ਕਿੱਧਰ? ਹੁਣ ਪਛਾਣਦੇ ਤਾਂ ਹੈਗੇ ਸਾਰਾ ਦਿਨ। ਮੈਂ ਕਿਹਾ ਜੀ ਅੰਦਰ ਜਾਣਾ। ਮੈਨੂੰ ਨਹੀਂ ਪਤਾ ਸੀ ਉਹ ਕੌਣ ਹੈ। ਉਹ ਕਹਿੰਦਾ ਜੀ ਮੈਂ ਗੁਰਦੀਪ ਕੌਰ ਦਾ ਬੇਟਾ, ਉੱਥੇ ਪੁਲਿਸ ਵੀ ਸੀ। ਕਹਿੰਦਾ ਮੈਂ ਗੁਰਦੀਪ ਕੌਰ ਦਾ ਬੇਟਾ ਜੀ। ਮੈਂ ਕਿਹਾ ਅੱਛਾ ਵੀਰ ਧੰਨਵਾਦ ਤੇਰਾ। ਮੈਂ ਲੰਘ ਗਿਆ। ਅਗਲੇ ਦਿਨ ਮੈਨੂੰ ਸੋਰਸਿਸ ਤੋਂ ਪਤਾ ਲੱਗਿਆ, ਦਰਖਾਸਤ ਦੇਤੀ ਜੀ ਇੱਕ, ਕਿ ਮੈਂ ਉਹਨਾਂ ਨੂੰ ਡਰਾਨਾ ਧਮਕਾਉਣਾ। ਇੱਕ ਇਕੱਲਾ ਬੰਦਾ ਜਾ ਕੇ, ਮੈਂ ਕਿਉਂ ਜਾਊਂਗਾ ਜੀ, ਮੈਂ ਵਕੀਲ ਹਾਂ, ਮੈਨੂੰ ਕੀ ਲੋੜ ਪਈ ਉੱਥੇ ਜਾ ਕੇ ਡਰਾਉਣ ਧਮਕਾਉਣ ਦੀ? ਇਹ ਮਤਲਬ ਇਦਾਂ ਦੇ ਐਲੀਗੇਸ਼ਨਸ ਜਿਹੜੇ ਤੁਸੀਂ ਕਹਿੰਦੇ ਹੋ ਕਿ ਡਰਾਉਂਦੇ ਧਮਕਾਉਂਦੇ, ਜੇ ਡਰਾਇਆ ਧਮਕਾਇਆ ਹੁੰਦਾ ਕੋਈ ਐਵੀਡੈਂਸ ਤਾਂ ਲਿਓ। ਇਦਾਂ ਤਾਂ ਮੈਂ ਵੀ ਕਹਿ ਦੂੰਗਾ ਕਿ ਮੈਨੂੰ ਆਹ ਸਾਰੇ ਪੱਤਰਕਾਰ ਵੀ ਡਰਾਉਂਦੇ ਆ, ਕੋਈ ਐਲੀਗੇਸ਼ਨ ਲਾਉਣ 'ਚ ਕੀ ਐਲੀਗੇਸ਼ਨ ਤਾਂ ਜਿੰਨੇ ਮਰਜ਼ੀ ਲਾਈ ਜਾਈਏ। ਇੱਕ ਸਵਾਲ ਤੁਹਾਡੇ ਕੋਲ ਆ, ਇਹਨਾਂ ਕੋਲੇ ਹੈ ਕੀ ਆ ਯਾਰ? ਮੈਂ ਪਹਿਲਾਂ ਤੁਹਾਨੂੰ ਕਹਿ ਰਿਹਾ, ਤੁਸੀਂ ਵੀ ਛੋਟੇ ਕਮਰੇ 'ਚ ਬਹਿੰਦੇ ਹੋ। ਤੁਸੀਂ ਕਿੰਨੀ ਵਾਰੀ ਛੋਟੇ ਕਮਰੇ 'ਚ ਬੈਠ ਕੇ ਚਾਹ ਪਾਣੀ ਪੀਂਦੇ ਹੋ, ਵੇਟ ਕਰਦੇ ਹੋ ਕਿ ਉੱਥੇ ਜਿਹੜੇ ਇਲਜ਼ਾਮ ਇਹ ਸਤਿਕਾਰਯੋਗ ਔਰਤਾਂ ਲਾ ਰਹੀਆਂ ਨੇ, ਉਹ ਤੁਸੀਂ ਹੁਣ ਆਪਣੀ ਰਿਪੋਰਟਿੰਗ ਇੱਧਰ ਸੁਣ ਲਓ ਗੱਲ। ਤੁਸੀਂ ਆਪਣੀ ਰਿਪੋਰਟਿੰਗ 'ਚ ਵੀ ਲਿਖੋ, ਅਸੀਂ ਵੀ ਬੈਂਸ ਦੇ ਦਫ਼ਤਰ ਇੰਟਰਵਿਊ ਲਈ ਜਾਂਦੇ ਹਾਂ। ਕਈ ਵਾਰੀ ਸਾਨੂੰ ਵੀ ਉੱਥੇ ਜ਼ਿਆਦਾ ਰਸ਼ ਹੋਣ ਕਾਰਨ ਅੱਧਾ ਘੰਟਾ ਪੌਣਾ ਘੰਟਾ ਬੈਠ ਕੇ ਚਾਹ ਪਾਣੀ ਪੀਣ ਦਾ ਮੌਕਾ ਸਾਨੂੰ ਵੀ ਮਿਲਦਾ। Is it possible to rape in that ਛੋਟਾ ਰੂਮ? ਕਹਿ ਲੈਣਾ ਬੜਾ ਦੋ ਸੌਖਾ, ਇਲਜ਼ਾਮ ਲਾ ਲੈਣੇ ਬੜੇ ਸੌਖੇ ਹੈਗੇ। ਟ੍ਰਾਂਸਪੇਰੈਂਟ ਸ਼ੀਸ਼ੇ ਲੱਗੇ ਤੁਸੀਂ ਖੁਦ ਜਾਂਦੇ ਹੋ ਉੱਥੇ ਸਾਰੇ ਮੇਰੇ ਦੋਸਤ। ਜੇ ਤੁਹਾਨੂੰ ਲੱਗਦਾ ਵੀ ਉੱਥੇ ਕੋਈ ਇਦਾਂ ਦਾ ਅਟੈਂਪਟ ਕੀਤਾ ਜਾ ਸਕਦਾ ਤੇ ਤੁਸੀਂ ਜ਼ਰੂਰ ਛਾਪੋ, ਮੇਰੇ ਬਰਖਲਾਫ ਛਾਪੋ ਵੀ ਹਾਂ ਉੱਥੇ ਹੋ ਸਕਦਾ। ਅਦਰਵਾਈਜ਼ ਤੁਹਾਡਾ ਵੀ ਇਹ ਫਰਜ਼ ਤੇ ਡਿਊਟੀ ਬਣਦੀ ਹੈ ਵੀ ਤੁਸੀਂ ਸੱਚਾਈ ਜੋ ਜਿੱਥੇ ਤੱਕ ਤੁਸੀਂ ਸੀਮਤ ਹੈਗੇ ਆ ਉਹਨੂੰ ਸਾਹਮਣੇ ਜ਼ਰੂਰ ਲੈ ਕੇ ਆਓ। ਜਦੋਂ ਕੱਲ ਮੀਡੀਆ ਟ੍ਰਾਇਲ ਹੋ ਗਿਆ, ਲਿਸਨ, ਮੀਡੀਆ ਟ੍ਰਾਇਲ ਮੀਡੀਆ ਵਾਲਿਆਂ ਦੇ 1-2 ਦੇ ਮੈਨੂੰ ਫੋਨ ਆਏ। ਇਹ ਮੇਰੇ ਕੋਲੇ ਦਫ਼ਤਰ ਦੇ ਵਿੱਚ ਮੇਰਾ ਖਿਆਲ 5-5:30 ਕਾਲ ਆਇਆ। ਇਹ ਮੈਨੂੰ ਉਦੋਂ ਦੱਸਣ ਆਇਆ ਵੀ ਭਾਜੀ ਮੇਰੇ ਕੋਲੇ ਤਾਂ 31 ਤਰੀਕ ਨੂੰ ਮੈਸੇਜ ਆਇਆ ਸੀ ਤੇ ਪ੍ਰਿੰਕਲ ਪਰਸਨਲੀ ਮੈਨੂੰ ਮਿਲ ਕੇ ਗਿਆ। ਉਹਨੇ ਆਪਣਾ ਫੋਨ ਲਾਊਡ ਤੇ ਲਾ ਕੇ ਇੱਕ ਲੇਡੀ ਨਾਲ ਗੱਲ ਕੀਤੀ, ਜਿਹਨੂੰ ਉਹਨੇ ਪੁੱਛਿਆ ਵੀ ਤੈਨੂੰ ਕਿੰਨੇ ਪੈਸੇ ਆਫਰ ਹੋ ਗਏ? ਉਹਨੇ ਕਹਿੰਦੀ 12 ਲੱਖ ਰੁਪਏ ਆਫਰ ਹੋ ਗਿਆ। ਇਹ ਦੋਸਤ ਨੇ ਮੈਨੂੰ ਕੱਲ ਸ਼ਾਮ ਨੂੰ ਆ ਕੇ ਦੱਸੀ, ਪਹਿਲਾਂ ਨਹੀਂ। ਤੁਸੀਂ ਉਹਦੀ ਗੱਲ ਚੰਗੀ ਤਰ੍ਹਾਂ ਸੁਣੀ ਨਹੀਂ ਗਾ, ਮੈਂ ਕਦੇ ਨਹੀਂ ਦੱਸੀ। ਮੈਨੂੰ ਪਤਾ ਵੀ ਇਹ ਮੈਸੇਜ ਦੇ ਪਿੱਛੇ ਦੀ ਕਹਾਣੀ ਕੀ ਹੈਗੀ ਆ। ਵਕੀਲ ਆ, ਉਹਦਾ ਵੀ ਸੋਚਣ ਸਮਝਣ ਦਾ ਖਾਨਾ ਹੈਗਾ। ਸਾਰੇ ਖੁਲਾਸੇ ਹੋ ਰਹੇ ਆ। ਇੱਕ ਤੁਸੀਂ ਕਿਹਾ ਕਿ ਕੜਵਲ ਵੱਲੋਂ ਇਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਕੋਲ ਸਬੂਤ ਹੈ, ਉਹ ਵੀ ਜਨਤਾ ਕਰ ਦਿਓ ਕਿ ਮੈਨੂੰ ਫੋਨ ਆਇਆ 2-3 ਦਿਨ ਪਹਿਲਾਂ ਵੀ ਆਇਆ, ਕੱਲ ਵੀ ਆਇਆ।
ਵੀ ਪਹਿਲਾਂ ਤਾਂ ਮੈਨੂੰ ਆਹੀ ਮੈਸੇਜ ਜਿਹੜਾ ਵਕੀਲ ਸਾਹਿਬ ਨੂੰ ਭੇਜਿਆ ਉਹੀ ਮੈਨੂੰ ਭੇਜਿਆ ਵੀ ਆਹ ਭਾਈ ਇੱਦਾਂ ਬਲੈਕਮੇਲਿੰਗ ਵਾਲਾ ਜੋ ਵੀ ਹੈ। ਉਦੋਂ ਬਾਅਦ ਮੈਨੂੰ ਆਇਆ ਵੀ ਅਸੀਂ ਬਹਿ ਜਾਂਦੇ ਆ, ਤੂੰ ਵੀ ਮੀਟਿੰਗ ਅਰੇਂਜ ਕਰ ਵੀ ਮੈਂ ਬੈਂਸ ਸਾਹਿਬ ਤੇ ਤੂੰ ਆਪਾਂ ਬਹਿ ਜਾਾਂਗੇ। ਲੇਕਿਨ ਮੈਂ ਬੈਂਸ ਸਾਹਿਬ ਨਾਲ ਗੱਲ ਕੀਤੀ, ਇਹਨਾਂ ਨੇ ਸਪਸ਼ਟ ਕਹਿਤਾ, ਕਹਿੰਦੇ ਮੈਂ ਤਾਂ ਇਸ ਬੰਦੇ ਨਾਲ ਬੈਠਣਾ ਕਾਹਦੇ ਲਈ ਹੈ, ਉਹਨੂੰ ਕਹੋ ਵੀ ਜਿਹੜਾ ਕੋਈ ਤੁਸੀਂ ਕਰਨਾ ਜੋ ਬਲੈਕਮੇਲਿੰਗ ਵਾਲਾ ਕੰਮ ਆ ਉਹ ਚੱਕ ਦਿਓ। ਤਾਂ ਕੱਲ ਜਦ ਮੈਂ ਉਹਨੂੰ ਲਾਸਟ ਇਹ ਕਿਹਾ ਵੀ ਅਸੀਂ ਨਹੀਂ ਬਹਿਣਾ ਬਈ, ਤੇਰੀ ਜੋ ਇੱਛਾ ਤੂੰ ਜੋ ਕਰਨਾ ਚਾਹੁੰਦਾ ਹੈ ਬਲੈਕਮੇਲ ਕਰੋ ਜੋ ਮਰਜ਼ੀ ਕਰੋ। ਉਦੋਂ ਬਾਅਦ ਇਮੀਡੀਏਟਲੀ ਉਹਨਾਂ ਨੇ ਇਹ ਵਾਇਰਲ ਕੀਤਾ ਸਾਰਾ ਕੁਝ। ਪਹਿਲਾਂ ਉਹਨਾਂ ਨੇ ਇਹ ਬਣਾ ਕੇ ਮੈਨੂੰ ਵੀ ਭੇਜਿਆ, ਇਹ ਜਿਹੜੀ ਆ ਫਾਲਸ ਬਣਾਈ ਹੈ ਨਾ ਚੈਟ ਜਿਹੜੀ, ਇਹ ਇਹ ਕਾਮਨ ਮੈਨੂੰ ਵੀ ਫਰੈਂਡ ਹੈ, ਭੇਜੀ। ਕਾਮਨ ਫਰੈਂਡ। ਵਿਨਾਇਕ ਜੀ ਤੁਹਾਡੇ ਨਾਲ ਬੈਠਣ ਵਾਸਤੇ ਗੱਲ ਕੀ ਕੀਤੀ ਜਾ ਰਹੀ ਸੀ, ਕਿਸ ਕਰਕੇ ਬਿਠਾਇਆ ਜਾ ਰਿਹਾ ਸੀਗਾ? ਇਹ ਕੋਈ ਉਹਨੇ ਐਦਾਂ ਦੀ ਕੋਈ ਗੱਲ ਨਹੀਂ ਕੀਤੀ ਵੀ ਕੀ ਗੱਲ ਕਰਨੀ ਆ। ਉਹ ਕਹਿੰਦਾ ਮੈਨੂੰ ਇੱਕ ਵਾਰ ਬਿਠਾ, ਮੈਂ ਆਪਣੇ ਆਪ ਗੱਲ ਕਰੂੰਗਾ। ਐਕਚੁਅਲੀ ਜੋ ਮੈਂ ਮੇਰੀ ਜੱਜਮੈਂਟ ਹੈ ਵੀ ਉਹ ਚਾਹੁੰਦਾ ਵੀ ਐਮਐਲਏ ਲੜਨੀ ਚਾਹੁੰਦਾ ਵੀ ਮੇਰੀ ਕਿਤੋਂ ਨਾ ਕਿਤੋਂ ਤੁਸੀਂ ਮਦਦ ਕਰੋ। ਅੱਗੇ ਵੀ ਦੱਸ ਦਿਓ ਵੀ 2 ਤੋਂ 3 ਕੀ ਵੀ ਕਹਿੰਦਾ। ਵੀ ਪਹਿਲਾਂ 2 ਆਪਾਂ ਵੀ 3 ਹੋ ਸਕਦੇ ਆਪਾਂ ਜੇ ਆਪਾਂ ਬਹਿ ਜਾਈਏ। ਕਿਸ ਨੰਬਰ ਤੋਂ ਤੁਹਾਨੂੰ ਮੈਸੇਜ ਆਇਆ ਵਾ, ਕਿਹਨੇ ਕੀਤਾ ਤੁਹਾਨੂੰ, ਜਿਹੜੇ ਦੀ ਮੈਸੇਜ ਦੀ ਗੱਲ ਕਰਦੇ? ਮੈਨੂੰ ਤਾਂ ਉਹਦੇ ਆਪਣੇ ਵਾਲੇ ਨੰਬਰ ਤੋਂ, ਕਾਲ ਉਹਦੇ ਆਪਣੇ ਆਪਣੇ ਨੰਬਰ ਤੋਂ ਹੀ ਕਾਲ ਆਉਂਦੀ ਹੈ ਮੈਨੂੰ। ਤੱਕ ਕਿੰਨੀ ਕੁ ਵਾਰੀ ਤੁਹਾਡੇ ਨਾਲ ਗੱਲਬਾਤ ਹੋ ਚੁੱਕੀ ਉਹਨਾਂ ਦੀ ਵੀ ਸਿਟਿੰਗ ਕਰਾ ਦਿਓ ਸਾਡੀ? ਇਸ ਟੌਪਿਕ ਤੇ ਮੇਰੀ 4-5 ਵਾਰ ਗੱਲ ਹੋ ਚੁੱਕੀ ਹੈ। ਰਿਕਾਰਡਿੰਗ ਹੈਗੀ ਸਰ ਤੁਹਾਡੇ ਕੋਲ? ਨਹੀਂ ਮੈਂ ਰਿਕਾਰਡਿੰਗ ਨਹੀਂ ਕਦੇ ਕੀਤੀ ਮੇਰੇ ਪਾਸ ਵੈਸੇ, ਲੇਕਿਨ ਕਾਲ ਡਿਟੇਲ ਹੈ। ਨੈਵਰ ਆਈ ਵਿਲ ਸਿਟ ਨੈਵਰ। ਇਹਨਾਂ ਨੇ ਆਪ ਭਾਜੀ ਨੇ ਮਨਾ ਕੀਤਾ ਹੋਇਆ ਕਿ ਮੈਂ ਕਦੇ ਨਹੀਂ ਟੈਕਸਟ ਮੈਸੇਜ ਹੈਗਾ ਨੈਵਰ। ਔਰ ਇਹ ਇਦਾਂ ਨਹੀਂ ਕਿ ਐਵੇਂ ਆ ਸਿਮਰ ਬੈਂਸ ਦਾ ਨੰਬਰ ਵੀ ਹੈ ਜੀ, ਜਿਵੇਂ ਆਪਾਂ ਕਹਿ ਦਈਏ ਕਿ ਇਹ ਕਿਸੇ ਹੋਰ ਨੰਬਰ ਤੋਂ ਤਾਂ ਨਹੀਂ ਆ ਗਿਆ। ਆ ਦੇਖੋ ਸਿਮਰ ਬੈਂਸ ਦਾ ਨੰਬਰ ਦੇਖ ਲਓ ਜੀ, ਸਿਮਰ ਬੈਂਸ ਦਾ ਨੰਬਰ। ਇਹ ਇਦਾਂ ਨਹੀਂ ਕਿ ਉੱਤੇ ਸੇਵ ਕਰਕੇ ਇੱਕ ਫੋਟੋ ਖਿੱਚੀ ਹੋਵੇ WhatsApp ਆ ਲਾਈਵ। ਆ ਦੇਖੋ ਹੁਣ ਮੈਂ ਸਿਮਰ ਬੈਂਸ ਤੋਂ ਵਾਪਸ ਜਾਊਂਗਾ ਭਾਜੀ। ਅੱਜ ਰੌਲਾ ਪੈ ਰਿਹਾ ਕਿ ਸ਼ਾਮ ਨੂੰ ਤੁਸੀਂ ਪ੍ਰਿੰਕਲ ਤੇ ਬੈਂਸ ਸਾਹਿਬ ਦਾ ਡਿਨਰ ਹੈ ਭਾਜੀ, ਦੱਸੋ ਪਲੀਜ਼। ਸਾਡੇ ਵੀ ਚਾਹਵਾਨ ਸਾਨੂੰ ਪੁੱਛ। ਭਾਈ ਨੇ ਅੱਗੋਂ ਕਿਹਾ ਨੈਵਰ, ਆਈ ਵਿਲ ਨੈਵਰ ਸਿਟ ਵਿਦ ਦੈਮ। ਇਹ 1 ਮਹੀਨਾ ਤੋਂ ਮਨਾ ਕਰ ਰਿਹਾ ਕਿ ਮੈਂ ਨਹੀਂ ਬਹਿਣਾ, ਜੋ ਕਰਨਾ ਕਰ ਲਓ। ਤੇ ਅਸੀਂ ਇਹਨਾਂ ਨੂੰ ਬਾਰ-ਬਾਰ ਪੁੱਛ ਕੇ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ, ਤਾਂ ਨਹੀਂ ਇਹਨਾਂ ਨਾਲ ਗੱਲ ਕੀਤੀ। ਮੈਂ ਤੁਹਾਨੂੰ ਸਵਾਲ ਜਰੂਰ ਕਹਿੰਦੇ ਵੀ ਬੈਂਸ ਨਾਲ ਡਿਨਰ ਕਰਨ ਦੀ ਚਰਚਾ ਸ਼ਰੀਆ ਚਰਚਾ ਇਸ ਕਰਕੇ ਵੀ ਛਿੜ ਸਕਦੀ ਹੈ। ਪ੍ਰਿੰਕਲ ਨੇ ਇੱਕ ਪੋਸਟ ਪਾਈ ਸੀ ਫੇਸਬੁੱਕ ਤੋਂ ਵੀ ਮੈਂ ਕਾਂਗਰਸ ਪਾਰਟੀ ਅਸਤੀਫਾ ਦਿੰਦਾ। ਉਸ ਤੋਂ ਪਹਿਲਾਂ ਦੀ ਹੈ ਜੀ, ਉਸ ਤੋਂ 1 ਮਹੀਨਾ ਪਹਿਲਾਂ ਦੀ ਹੈ। ਉਹ ਤਾਂ ਡਰਾਮੇ ਕਰੀ ਜਾਂਦੇ, ਅਸੀਂ ਉਹ ਕਰਦੇ ਆ ਅਸਤੀਫਾ ਦਿੰਦੇ ਆ। ਸਨੀ ਦਾ ਹੁਣ ਆ ਜਾਓ ਇੱਧਰ। ਤੁਹਾਨੂੰ 2 ਤੋਂ 3 ਕਰਨ ਦੀ ਗੱਲ ਕੀਤੀ ਜਾ ਰਹੀ ਹੈ ਕਿ ਉਹ ਤੁਹਾਡੀ ਪਾਰਟੀ ਜਾਣਾ ਚਾਹੁੰਦੇ ਆ ਜਾਂ ਤੁਹਾਨੂੰ ਪਾਰਟੀ 'ਚ ਲੈ ਕੇ ਹੁਣ ਮੈਂ ਕੀ ਦੱਸ ਸਕਦਾ? ਜਾਂ ਤਾਂ ਮੈਂ ਮੀਟਿੰਗ ਕੀਤੀ ਹੋਵੇ ਫਿਰ ਤਾਂ ਮੈਂ ਤੁਹਾਨੂੰ ਦੱਸ ਦਵਾਂ। ਜਦੋਂ ਮੈਂ ਮੀਟਿੰਗ ਤੋਂ ਹੀ ਕੋਰਾ ਕਰਾਰਾ ਜਵਾਬ ਦਿੱਤਾ ਵੀ ਨਹੀਂ ਨੈਵਰ, ਜਿਹੜਾ ਹੋਰ ਵੀ ਤੁਹਾਡੇ ਕੋਲ ਝੂਠ ਦਾ ਪਲੰਦਾ ਸਿੱਟੋ ਮੇਰੇ ਤੇ ਲਿਆ ਕੇ, ਉਹ ਵੋਟਰ ਨੇ ਦੇਖਣਾ ਵੀ ਸੱਚ ਕਿੱਥੇ ਆ ਤੇ ਝੂਠ ਕਿੱਥੇ ਆ। ਅੱਜ ਮੈਂ ਇਸੇ ਕਰਕੇ ਤੁਹਾਡੇ ਨਾਲ ਖੁੱਲੀਆਂ ਡੁੱਲੀਆਂ ਗੱਲਾਂ ਕਰਨ ਵਾਸਤੇ, ਔਰ ਮੇਰੀ ਸਿਮਰ ਬੇਨਤੀ ਵੀ ਆ, ਅੱਜ ਤੁਸੀਂ ਖੁੱਲੀਆਂ ਡੁੱਲੀਆਂ ਗੱਲਾਂ ਕਰ ਲਈਆਂ, ਕਾਈਂਡਲੀ ਗਾਂ ਤੋਂ ਕਿਰਪਾ ਕਰਕੇ ਮੁੱਦੇ ਦੀ ਗੱਲ ਮੇਰੇ ਤੋਂ ਜ਼ਰੂਰ ਪੁੱਛ ਲਿਓ। ਅੱਜ ਜਿੰਨਾ ਡੰਜ ਲਾਉਣਾ ਤੁਸੀਂ ਲਾ ਸਕਦੇ ਆ।